ਗੁਰੂ ਨਾਨਕ ਪਾਦ ਪਾਦ ਪੰਕਜ ਸਿਮਰੋ ਅੰਗਦ ਦੁਖ ਗੁਰੂ ਅਮਰਦਾਸ ਹਿਰਦੈ ਨਿਤ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨ ਕੇ ਬਿਗਨ ਕੇ ਹਰ ਗੋਬਿੰਦ ਸ਼ੋਭ ਸਮਤ ਪਰ ਸ਼੍ਰੀ ਹਰਿ ਰਾਇ ਨਮੋ ਕਰ ਨਮੋ ਕਰ ਸ਼੍ਰੀ ਹਰਿ ਕ੍ਰਿਸ਼ਨ ਮਨਾਏ ਤੇਗ ਬਹਾਦਰ ਪਰਮ ਕਿਰਪਾ ਜੀ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪਨ ਪਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਹੋਏ। ਦੋਹਰਾ ਆਗੇ ਗਮਨੇ ਸਤਿਗੁਰੂ ਉਲੰਘੇ ਕੇਤਕ ਕੋਸ ਜਗਰਾਵਾ ਪੁਰ ਕੋਟ ਕੋ ਰਾਏ ਹੁਤੋ ਬੜ ਹੋਸ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਏ। ਐਸੇ ਪਤਿਤ ਪਾਵਨ ਗੁਰੂ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਿਕ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਦੀ ਪਾਵਨ ਧਰਤੀ ਚਵਰ ਛਤਰ ਤਖਤ ਦੇ ਮਾਲਕ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ। ਹੁਣੇ ਹੁਣੇ ਆਪ ਜੀ ਨੇ ਬਸੰਤ ਰਾਗ ਵਿੱਚ ਸ਼ਬਦ ਕੀਰਤਨ ਦਾ ਲਾਹਾ ਬਾਣਿਆ ਹੈ। ਡਾਕਟਰ ਅਰਸ਼ਪ੍ਰੀਤ ਸਿੰਘ ਜੀ, ਡਾਕਟਰ ਕਵਲਜੀਤ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਅਤੇ ਹੋਰ ਵਿਦਿਆਰਥੀ ਗੁਰਮਤਿ ਸੰਗੀਤ ਦੇ ਵਿਦਿਆਰਥੀ ਖਾਲਸਾ ਜੀਓ। ਇਹਨਾਂ ਸਾਰਿਆਂ ਨੇ ਮਿਲ ਕੇ ਆਪ ਜੀ ਨੂੰ ਆਨੰਦਮਈ ਕੀਰਤਨ ਦੁਆਰਾ ਨਿਹਾਲ ਕੀਤਾ ਹੈ। ਆਓ ਉਪਰੰਤ ਜੋ ਗੁਰੂ ਘਰ ਦੀ ਮਰਿਆਦਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ ਜਿਹੜੇ ਆਪਣੇ ਪੰਥ ਦੀ ਵਾਗਡੋਰ ਆਪ ਸਮਝਦੇ ਹਨ,
ਤੇ ਮਹਾਰਾਜ ਔਖੀਆਂ ਘਾਟੀਆਂ ਤੋਂ ਲੰਘਦੇ ਹੋਏ ਸਾਨੂੰ ਪੂਰਨੇ ਪਾ ਰਹੇ ਹਨ ਕਿ ਇਹ ਬੰਦਿਆ, ਮਨੁੱਖੀ ਜੀਵਨ ਵਿੱਚ ਅਨੇਕ ਘਾਟੀਆਂ ਔਖੀਆਂ ਆਉਣਗੀਆਂ, ਮੁਸੀਬਤਾਂ ਆਉਣਗੀਆਂ, ਪਰ ਘਬਰਾਣਾ ਨਹੀਂ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਲੜੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜਿਆਂ ਦਾ ਰਹਿਣਾ। ਇਹ ਮਹਾਰਾਜ ਦਾ ਪਾਵਨ ਸ਼ਬਦ ਖਿਆਲ ਪਾਤਸ਼ਾਹੀ 10ਵੀਂ, ਇਹ ਹਰ ਗੁਰਸਿੱਖ ਨੂੰ ਇੱਕ ਹੌਸਲਾ ਪੈਦਾ ਕਰਦਾ ਹੈ ਕਿ ਭਾਵੇਂ ਭੁੰਜੇ ਬੈਠਣਾ ਪਵੇ, ਔਖੀਆਂ ਘਾਟੀਆਂ ਚੋਂ ਲੰਘਣਾ ਪਵੇ, ਪਰ ਫਿਰ ਵੀ ਆਪਣੇ ਪਿਆਰੇ ਦੀ ਯਾਦ ਨਹੀਂ ਛੱਡਣੀ। ਐਸੇ ਗੁਰੂ ਕਲਗੀਧਰ ਪਿਤਾ ਜੀ ਮਾਛੀਵਾੜੇ ਤੋਂ ਮਹਾਰਾਜ ਅਗਾਂਹ ਪੈਂਡਾ ਤੈਅ ਕਰਦੇ ਹੋਏ ਕਨੇਜ ਪਹੁੰਚੇ ਹਨ। ਕਨੇਜ ਇੱਕ ਫੱਤਾ ਹੈ ਖਾਲਸਾ ਜੀ। ਉਹ ਫੱਤਾ ਗੁਰੂ ਘਰ ਦਾ ਪ੍ਰੇਮੀ ਸੀ। ਕਈ ਵਾਰੀ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਆਉਂਦਾ। ਜਦੋਂ ਮਹਾਰਾਜ ਇੱਥੇ ਪਹੁੰਚੇ ਤੇ ਦਰਸ਼ਨ ਕਰਨ ਵਾਸਤੇ ਕਲਗੀਧਰ ਪਾਤਸ਼ਾਹ ਦੇ ਕੋਲ ਆਇਆ, ਮਹਾਰਾਜ ਆਖਣ ਲੱਗੇ, ਫਤਿਆ ਕੋਈ ਵਧੀਆ ਘੋੜਾ ਤੇ ਲੈ ਕੇ ਆ। ਤੇ ਖਾਲਸਾ ਜੀ ਕਹਿੰਦਾ, ਮਹਾਰਾਜ ਮੈਂ ਆਪ ਜਾਣਾ ਘੋੜਾ ਲੈਣ ਲਈ। ਜਦੋਂ ਘਰ ਵੜਿਆ ਤੇ ਮਨ ਵਿੱਚ ਸੋਚਣ ਲੱਗਾ ਕਿ ਮੇਰਾ ਬੜਿਆ ਵਧੀਆ ਘੋੜਾ ਹੈ, ਮਹਾਰਾਜ ਮੁੜ ਕੇ ਵਾਪਸ ਮੋੜਨਗੇ ਕਿ ਨਹੀਂ ਮੋੜਨਗੇ, ਅੱਗੇ ਨਾ ਚਲੇ ਜਾਣ। ਇਹਨਾਂ ਦਾ ਤੁਰਖਾਂ ਨਾਲ ਬੜਾ ਵਖੇਰਾ ਪੈ ਰਿਹਾ ਹੈ। ਹੋਰ ਕਈ ਗੱਲਾਂ ਵਿਚਾਰ ਕਰਕੇ ਇਹ ਫੱਤਾ ਛੋਟਾ ਜਿਹਾ ਕਹਿ ਲਓ ਟਟੂਆ ਜਿਹਾ ਲੈ ਕੇ ਆ ਗਿਆ, ਜੇ ਕਹਿ ਲਓ ਮੜੂਆ ਜਿਹਾ ਘੋੜਾ ਲੈ ਕੇ ਆ ਗਿਆ ਤੇ ਕਹਿਣ ਲੱਗਾ, ਮਹਾਰਾਜ ਜੀ ਇਹ ਮੇਰੇ ਕੋਲ ਹੈ, ਅਸਲ ਮੇਰਾ ਘੋੜਾ ਮੇਰਾ ਜਵਾਈ ਲੈ ਗਿਆ ਪਾਤਸ਼ਾਹ। ਮਹਾਰਾਜ ਕਹਿੰਦੇ, ਫੱਤਾ ਜੀ ਠੀਕ ਠੀਕ ਬੋਲੋ, ਝੂਠ ਨਾ ਬੋਲੋ। ਕਹਿਣ ਲੱਗਾ, ਨਹੀਂ ਮਹਾਰਾਜ ਸੱਚ ਕਹਿਣਾ ਹਾਂ। ਪਾਤਸ਼ਾਹ ਕਹਿੰਦੇ, ਜੇ ਨਹੀਂ ਤਾਂ ਨਾ ਸਹੀ, ਫਿਰ ਨਾ ਤੇਰਾ ਘੋੜਾ ਨਾ ਤੂੰ ਰਹਿਣਾ ਹੈ। ਇਹ ਮਹਾਰਾਜ ਦੇ ਖਾਲਸਾ ਜੀ ਅਗੰਮੀ ਬਚਨ ਹਨ, ਕੋਈ ਵਰ ਸ਼ਰਾਪ ਨਹੀਂ। ਕੋਈ ਜਿਹੜੀ ਜੈਸੀ ਭਾਵਨਾ ਮਹਾਰਾਜ ਉਸੇ ਤਰ੍ਹਾਂ ਦਾ ਬਚਨ ਹੋ ਜਾਂਦਾ ਹੈ। ਤੇ ਇਧਰੋਂ ਪਾਤਸ਼ਾਹ ਅੱਗੇ ਤੁਰੇ। ਪਾਤਸ਼ਾਹ ਕਹਿੰਦੇ, ਸਾਨੂੰ ਲੋੜ ਨਹੀਂ ਇਸ ਛੋਟੇ ਜਿਹੇ ਟਟੂਏ ਦੀ। ਤੇ ਉਹਨੂੰ ਛੱਡ ਕੇ ਮਹਾਰਾਜ ਅੱਗੇ ਤੁਰ ਪਏ। ਇਹ ਫੱਥਾ ਆਪਣੇ ਘਰ ਗਿਆ, ਕੀ ਵੇਖਣ ਲੱਗਾ ਵੀ ਘੋੜੀ ਬਾਰੇ ਤਾਂ ਦੇਖਾਂ, ਵਧੀਆ ਘੋੜਾ ਸੀ। ਜਦੋਂ ਵੇਖਣ ਲੱਗਾ ਖਾਲਸਾ ਜੋ ਮਰਿਆ ਪਿਆ, ਸੱਪ ਨੇ ਡੰਗ ਮਾਰਿਆ, ਉਹ ਮਰ ਗਿਆ। ਤੇ ਉਹਨੂੰ ਠਾਣ ਲੱਗਾ, ਉਹ ਸੱਪ ਨੇ ਡੰਗ ਇਹਨੂੰ ਮਾਰਿਆ, ਇਹ ਵੀ ਮਰ ਗਿਆ। ਕੁਛ ਮਿੰਟ ਬਾਅਦ ਇਹਦਾ ਵੀ ਰਾਮ ਸਤ ਹੋ ਗਿਆ। ਇਸ ਤਰ੍ਹਾਂ ਮਹਾਰਾਜ ਅੱਗੇ ਪੈਂਡਾ ਤੈਅ ਕਰਦੇ ਜਾਈ ਜਾ ਰਹੇ ਹਨ। ਖਾਲਸਾ ਜੀ ਦੋ ਗੁਰੂ ਕੇ ਪਿਆਰੇ ਹੈ ਮੁਸਲਮਾਨ, ਗਨੀ ਖਾਂ ਅਤੇ ਨਬੀ ਖਾਂ। ਇਹਨਾਂ ਨੇ ਬਹੁਤ ਸੇਵਾ ਕੀਤੀ ਕਲਗੀਧਰ ਪਿਤਾ ਜੀ ਦੀ। ਜਿੱਧਰੋਂ ਮਹਾਰਾਜ ਲੰਘਦੇ ਜਾ ਰਹੇ ਹਨ, ਉੱਥੋਂ ਮਹਾਰਾਜ ਅਗੰਮੀ ਕੌਤਕ ਵਰਤਾਉਂਦੇ ਜਾ ਰਹੇ ਨੇ। ਇੱਕ ਪਿੰਡ ਵਿੱਚੋਂ ਲੰਘੇ ਤੇ ਪਾਤਸ਼ਾਹ ਕੀ ਬਚਨ ਕਹਿਣ ਲੱਗੇ। ਇੱਕ ਬੰਦਾ ਛੋਟਾ ਸੀ ਤੇ ਜੋ ਸਤਿਗੁਰੂ ਪਾਤਸ਼ਾਹ ਦਾ ਪਲੰਘਾ ਡਾਵਾਡੋਲ ਹੋ ਰਿਹਾ। ਮਹਾਰਾਜ ਕਹਿੰਦੇ, ਭਾਈ ਬਰਾਬਰ ਹੋ ਕੇ ਤੁਰੋ। ਇੱਕ ਕਹਿਣ ਲੱਗਾ, ਮਹਾਰਾਜ ਮੈਂ ਛੋਟਾ ਹਾਂ। ਪਾਤਸ਼ਾਹ ਕਹਿੰਦੇ, ਬਰਾਬਰ ਹੋ ਜਾ। ਫਿਰ ਅਜੇ ਕਹਿਣ ਦੀ ਦੇਰੀ ਬਰਾਬਰ ਹੋ ਗਿਆ, ਉਹਦਾ ਕੱਦ ਚਾਰੋਂ ਬਰਾਬਰ ਹੋ ਗਏ। ਅੱਗੇ ਤੁਰੇ ਮਹਾਰਾਜ। ਇੱਕ ਮਾਈ ਪਾਤਸ਼ਾਹ ਦੇ ਪਲੰਘੇ ਥੱਲੇ ਆ ਗਈ। ਪਾਤਸ਼ਾਹ ਕਹਿੰਦੇ, ਪਰੇ ਕਰੋ। ਪਰੇ ਨਹੀਂ ਹੁੰਦੀ। ਉਹ ਕਹਿਣ ਲੱਗੀ, ਮਹਾਰਾਜ ਮੇਰੇ ਪੁੱਤਰ ਦਾ ਵਿਆਹ ਨਹੀਂ ਹੁੰਦਾ, ਕੋਈ ਬਖਸ਼ਿਸ਼ ਕਰੋ। ਪਾਤਸ਼ਾਹ ਕਹਿੰਦੇ, 7-7 ਵਿਆਹ ਹੋਣਗੇ। ਜਾ ਪਹਿਲਾਂ 3-3, ਫਿਰ ਅੱਗੇ ਉਹਨਾਂ ਦੇ ਪੋਤਰੇ 7-7 ਵਿਆਹ ਹੁੰਦੇ ਰਹੇ ਖਾਲਸਾ ਜੀ। ਭਾਵ ਇਤਨੀ ਖੁਸ਼ੀਆਂ ਵੀ ਵੰਡੀਆਂ ਮਹਾਰਾਜ ਜੀ ਨੇ ਖਾਲਸਾ ਜੀ। ਪਾਤਸ਼ਾਹ ਜਦੋਂ ਆਪਣੇ ਆਨੰਦ ਵਿੱਚ ਹੋਣ ਨਾ, ਉਦੋਂ ਖਾਲਸਾ ਜੀ ਆਨੰਦ ਹੀ ਵਰਤਾਉਂਦੇ ਹਨ।
ਹੁਣ ਇੱਥੇ ਤੁਹਾਡੇ ਮਨਾਂ 'ਚ ਹੋਵੇਗਾ ਕਿ ਪਾਤਸ਼ਾਹ ਇੱਥੇ ਕੋਈ ਅਗੰਮੀ ਬਚਨ ਕੈਸੇ ਵਰਤਾ ਰਹੇ ਹਨ। ਜਦੋਂ ਕੋਈ ਕਰਨੀ ਸਾਧਨਾ 'ਚੋਂ ਲੰਘਦਾ ਹੈ ਨਾ, ਉਦੋਂ ਕੁਦਰਤੀ ਬਚਨ ਉਹਦੇ ਉਸੇ ਵੇਲੇ ਪੂਰੇ ਹੋ ਜਾਂਦੇ ਆ। ਪਾਤਸ਼ਾਹ ਤੇ ਮਹਾਰਾਜ ਆਨੰਦ ਵਿੱਚ ਰਹਿਣ ਵਾਲੇ ਬਹੁਤ ਘੱਟ ਬਚਨ ਕਰਦੇ, ਫਿਰ ਵੀ ਜੋ ਮਹਾਰਾਜ ਤੋਂ ਕੁਝ ਮੰਗਦਾ ਹੈ ਤੇ ਮਹਾਰਾਜ ਰੱਬ ਦੇ ਭਾਣੇ ਵਿੱਚ ਉਹੀ ਬਚਨ ਕਰੀ ਜਾ ਰਹੇ ਹਨ। ਇਸ ਤਰ੍ਹਾਂ ਮਹਾਰਾਜ ਲੰਘਦੇ ਲੰਘਦੇ ਖਾਲਸਾ ਜੀਓ, ਸਤਿਗੁਰੂ ਪਾਤਸ਼ਾਹ ਨੇ ਆਪਣੇ ਪਿਆਰਿਆਂ ਨੂੰ ਤੋਰਿਆ, ਗਨੀ ਖਾਨ ਨਬੀ ਖਾਨ ਨੂੰ ਤੋਰਿਆ, ਵਧੀਆ ਖੰਜਰ ਦੇ ਕੇ ਹੁਕਮਨਾਮਾ ਦੇ ਕੇ ਵਾਪਸ ਤੋਰਿਆ। ਤੇ ਅੱਗੇ ਖਾਲਸਾ ਸਾਧੂ ਮਹਾਤਮਾ ਉਦਾਸੀ ਸਾਧੂ ਕਿਰਪਾਲ ਚੰਦ, ਇਹ ਕਿਰਪਾਲ ਚੰਦ ਸਤਿਗੁਰੂ ਪਾਤਸ਼ਾਹ ਦੇ ਕਈ ਵਾਰੀ ਦਰਸ਼ਨ ਕਰਦਾ, ਪਰ ਜਦੋਂ ਮਹਾਰਾਜ ਇਹਦੇ ਕੋਲ ਪਹੁੰਚੇ ਡਰ ਗਿਆ ਸੀ ਕਿ ਮੇਰਾ ਇਲਾਕਾ ਨਾ ਉਜੜ ਜਾਵੇ, ਮੇਰਾ ਨਾਮ ਬੜਾ ਇਲਾਕੇ ਵਿੱਚ। ਪਾਤਸ਼ਾਹ ਕਹਿਣ ਲੱਗੇ, ਸਾਧੂ ਮਹਾਤਮਾ ਤੁਸੀਂ ਵੀ ਡਰਦੇ ਹੋ? ਜੋ ਡਰੇਗਾ ਉਹਨੇ ਮਾਰੀ ਜਾਣਾ ਹੈ। ਇਸ ਤਰ੍ਹਾਂ ਪਾਤਸ਼ਾਹ ਫਿਰ ਉੱਥੋਂ ਬਚਨ ਕਰਕੇ ਅੱਗੇ ਤੁਰੇ ਖਾਲਸਾ ਜੀਓ। ਤੇ ਹੁਣ ਲੰਬਾ ਜੱਟ ਪੂਰਾ ਇਸ ਇਲਾਕੇ ਵਿੱਚ ਬਾਦਸ਼ਾਹ ਪਹੁੰਚ ਰਹੇ ਹਨ। ਰਾਏ ਕੱਲਾ ਉਹ ਕਿਵੇਂ ਪਾਤਸ਼ਾਹ ਦੀ ਸੇਵਾ ਕਰੇਗਾ? ਤੇ ਨੂਰੇ ਮਾਹੀ ਦੁਆਰਾ ਮਹਾਰਾਜ ਸਰਹੰਦ ਤੋਂ ਸਾਹਿਬਜ਼ਾਦਿਆਂ ਦੀ ਤੇ ਮਾਤਾ ਗੋਜਰੀ ਜੀ ਦੀ ਖਬਰ ਮੰਗਵਾ ਰਹੇ ਹਨ। ਆਓ ਇਸ ਕਥਾ ਨੂੰ ਸਰਵਣ ਕਰਨ ਲਈ ਸਾਰੇ ਗੁਰੂ ਕੇ ਪਿਆਰੇ ਆਪਣੇ ਸੁਰਤੀ ਬਿਰਤੀ ਇਕਾਗਰ ਕਰੀਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਆਗੇ ਗਮਨੇ ਸਤਿਗੁਰੂ ਉਲੰਘੇ ਕੇਤਕ ਕੋਸ। ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ ਮਹਾਰਾਜ ਅੱਗੇ ਪੈਂਡਾ ਤੈਅ ਕਰਦੇ ਜਾ ਰਹੇ ਹਨ। ਜਦੋਂ ਕਈ ਕੋਹ ਦਾ ਪੈਂਡਾ ਮਹਾਰਾਜ ਜੀ ਨੇ ਤੈਅ ਕਰ ਲਿਆ। ਜਗਰਾਵਾਂ ਪੁਰ ਕੋਟ ਕੋ ਰਾਏ ਹੁਤੋ ਬੜ ਹੋਸ਼। ਖਾਲਸਾ ਜੀ ਰਾਏ ਕੋਟ ਦਾ ਲਾਗ ਆ ਗਿਆ। ਜਗਰਾਵਾਂ ਇਹ ਬਹੁਤ ਵੱਡਾ ਖਾਲਸਾ ਕਸਬਾ ਜਾ ਹੈ। ਜਦੋਂ ਮਹਾਰਾਜ ਇੱਥੇ ਪਹੁੰਚੇ ਹਨ, ਨਿਸ਼ਾਨੀ ਚੰਦ ਜਨਮ ਤੁਰਕ ਹਿੰਦੂ ਧਰਮ ਜਿਨ ਧਾਰਨ ਕੀਨਾ। ਉੱਥੇ ਹੀ ਗੁਰੂ ਕਾ ਪਿਆਰਾ ਹੈ। ਭਾਵੇਂ ਇਹਦਾ ਜਨਮ ਮੁਸਲਮਾਨਾਂ ਦੇ ਘਰ ਹੋਇਆ, ਪਰ ਗੁਰੂ ਕਾ ਸਿੱਖ ਹੈ ਖਾਲਸਾ ਜੀਓ। ਇਹਨੇ ਸਿੱਖੀ ਨੂੰ ਧਾਰਨ ਕੀਤਾ ਹੋਇਆ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਲਗੀਧਰ ਪਿਤਾ ਦਾ ਸ਼ਰਧਾਲੂ ਹੈ। ਦਇਆ ਧਰਮ ਪੁੰਨ ਆਤਮਾ ਸ਼ੁਭ ਮਗ ਮਨ ਪੀਨਾ। ਐਸਾ ਗੁਰੂ ਕਾ ਪਿਆਰਾ ਦਿਆਲੂ ਹੈ, ਧਾਰਮਿਕ ਬਿਰਤੀ ਵਾਲਾ ਹੈ ਤੇ ਪੁੰਨ ਆਤਮਾ ਕਰਕੇ ਪਵਿੱਤਰ ਹੈ। ਖਾਲਸਾ ਜੀ ਸਭ ਦਾ ਭਲਾ ਕਰਦਾ ਹੈ। ਇਹ ਗੁਰੂ ਕਾ ਪਿਆਰਾ ਹੈ। ਸਕਲ ਪੇਵ ਗੁਰਦੇਵ ਕੋ ਸੁਨ ਸੇਵ ਉਮਾਹਾ। ਜਦੋਂ ਇਹਨੇ ਸਤਿਗੁਰੂ ਪਾਤਸ਼ਾਹ ਦਾ ਸਾਰਾ ਭੇਵ ਸੁਣਿਆ ਕਿ ਮਹਾਰਾਜ ਅਨੰਦਪੁਰ ਸਾਹਿਬ ਤੋਂ ਕਿਲਾ ਛੱਡ ਕੇ ਫਿਰ ਚਮਕੌਰ ਸਾਹਿਬ ਯੁੱਧ ਹੋਇਆ, ਉੱਥੇ ਪਾਤਸ਼ਾਹ ਦੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਮਹਾਰਾਜ ਫਿਰ ਮਾਛੀਵਾੜੇ ਹੁੰਦੇ ਹੋਏ ਮੇਰੇ ਇਲਾਕੇ ਵੱਲ ਆ ਰਹੇ ਹਨ। ਜਦੋਂ ਸਾਰਾ ਭੇਦ ਇਹਨੇ ਸੁਣਿਆ ਹੈ, ਲੈ ਸੈਨਾ ਸੰਗ ਤੀਨ ਸੈ ਚਲ ਦਰਸ਼ਨ ਚਾਹ। ਗੁਰੂ ਕਾ ਪਿਆਰਾ ਰਾਏ ਕੱਲਾ ਆਪਣੇ 300 ਸਿਪਾਹੀ ਯੋਧੇ ਨਾਲ ਲੈ ਕੇ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਜਾ ਰਿਹਾ ਹੈ। ਆਏ ਅਗਾਰੀ ਸੋ ਮਿਲਿਓ ਅਵਲੋਕੇ ਸੁਆਮੀ। ਜਦੋਂ ਆਪਣੇ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ ਆਇਆ, ਇਹਨੇ ਨੇੜੇ ਆ ਕੇ ਦਰਸ਼ਨ ਕੀਤੇ ਪਾਤਸ਼ਾਹ ਦੇ। ਨੀਲੇ ਬਸਤਰ ਪ੍ਰਿਅੰਕ ਪਰ ਤੇਰੇ ਅੰਤਰ ਜਾਮੀ ਸਤਿਗੁਰੂ ਪਾਤਸ਼ਾਹ ਉੱਚ ਦੇ ਪੀਰ ਬਣੇ ਹੋਏ, ਨੀਲੇ ਬਸਤਰ ਪਾਤਸ਼ਾਹ ਨੇ ਧਾਰਨ ਕੀਤੇ ਹੋਏ ਤੇ ਪਲੰਗ ਤੇ ਮਹਾਰਾਜ ਜੀ ਬੈਠੇ ਹਨ। ਤਜਿਓ ਤੁਰੰਗਮ ਦੂਰਈ
ਨਾਇਨ ਸੋ ਆਇਓ। ਰਾਏ ਕੱਲਾ ਆਪਣਾ ਘੋੜਾ ਪਿੱਛੇ ਛੱਡ ਕੇ ਨਾ ਨੰਗੇ ਪੈਰੀ ਮਹਾਰਾਜ ਕੋਲ ਆਣ ਲੱਗਾ। ਹਾਥ ਜੋੜ ਸਨਮੁਖ ਗਇਓ ਬਹੁ ਸੀਸ ਨਿਵਾਇਓ। ਤੇ ਹੱਥ ਜੋੜ ਕੇ ਪਾਤਸ਼ਾਹ ਦੇ ਸਾਹਮਣੇ ਜਾ ਰਿਹਾ ਹੈ। ਜਦੋਂ ਮਹਾਰਾਜ ਦੇ ਕੋਲ ਪਹੁੰਚਿਆ ਮੱਥਾ ਟੇਕਣ ਲੱਗਾ। ਕਦਮ ਪਦਮ ਸਮ ਸੁਖ ਸਦਮ ਪਰ ਸੇ ਕਰ ਦੋ। ਇਸ ਨੇ ਬੜੇ ਸ਼ਰਧਾ ਨਾਲ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨ ਕਮਲ ਜੋ ਸੁਖ ਦੇ ਘਰ ਹਨ ਖਾਲਸਾ ਜੀਓ, ਗੁਰੂ ਮਹਾਰਾਜ ਦੇ ਚਰਨਾਂ ਨੂੰ ਇਹ ਸਪਰਸ਼ ਕਰ ਰਿਹਾ, ਮੱਥਾ ਟੇਕ ਰਿਹਾ ਹੈ ਕਿ ਮੈਨੂੰ ਇੱਥੋਂ ਹੀ ਸੁਖ ਮਿਲੇਗਾ। ਬਦਨ ਬਿਲੋਚਨ ਪਾਲ ਪਰ ਫਿਰ ਫੇਰਤ ਸੋ। ਸਤਿਗੁਰੂ ਪਾਤਸ਼ਾਹ ਦੇ ਕਹਿ ਲੋ ਦਰਸ਼ਨ ਕਰੀ ਜਾ ਰਿਹਾ ਹੈ। ਮਹਾਰਾਜ ਦੀ ਧੂੜੀ ਨੂੰ ਆਪਣੇ ਮੱਥੇ ਤੇ ਲਾ ਰਿਹਾ ਹੈ। ਮੁੜ ਮੁੜ ਕੇ ਆਪਣੇ ਚਰਨਾਂ ਨੂੰ, ਆਪਣੇ ਸੀਸ ਨੂੰ ਗੁਰੂ ਚਰਨਾਂ ਨਾਲ ਸਪਰਸ਼ ਕਰਦਾ ਹੈ। ਆਪ ਸਾਥ ਰਣ ਗਾਤ ਵੱਡ ਏ ਨਾਥੇ ਅਸੰਭੈ। ਤੇ ਕਹਿਣ ਲੱਗਾ ਪਾਤਸ਼ਾਹ ਜੀ ਤੁਹਾਡੇ ਬਾਰੇ ਮੈਂ ਸੁਣਿਆ ਪਾਤਸ਼ਾਹ, ਆਪ ਮਹਾਨ ਯੋਧੇ ਹੋ, ਬਹੁਤ ਵੱਡਾ ਪਾਤਸ਼ਾਹ ਆਪ ਜੀ ਯੁੱਧ ਕਰਕੇ ਆਏ ਹੋ। ਤਉ ਬਿਲੋਕ ਬਹਾਦਰੀ ਸਭ ਤੁਰ ਕੇ ਅਚੰਭੈ। ਪਰ ਮਹਾਰਾਜ ਜੀ ਭਾਵੇਂ ਸਾਹਿਬਜ਼ਾਦੇ ਆਪ ਜੀ ਦੇ ਸ਼ਹੀਦ ਹੋ ਗਏ, ਭਾਵੇਂ ਅਨੇਕ ਗੁਰੂ ਕੇ ਯੋਧੇ ਸ਼ਹੀਦ ਹੋ ਗਏ, ਪਰ ਤੁਹਾਡੀ ਬਹਾਦਰੀ ਵੇਖ ਕੇ ਤੁਰਕ ਬੜੇ ਹੈਰਾਨ ਹੋ ਰਹੇ ਹਨ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਰਗਾ ਯੋਧਾ ਨਾ ਕੋਈ ਹੋਇਆ ਹੈ ਨਾ ਕੋਈ ਹੋਵੇਗਾ। ਕਰਾਮਾਤ ਸਾਹਿਬ ਬੜੇ ਸਮਰੱਥ ਸਭ ਭਾਂਤੀ। ਤੇ ਪਾਤਸ਼ਾਹ ਜੀ ਤੁਸੀਂ ਤਾਂ ਅਕਾਲ ਪੁਰਖ ਪਰਮਾਤਮਾ ਸਰੂਪ ਹੋ, ਸਭ ਕਲਾ ਕਰਕੇ ਸੰਪੰਨ ਹੋ ਮਹਾਰਾਜ, ਵੱਡਿਆਂ ਤੋਂ ਵੱਡੇ ਹੋ। ਚਾਹੋ ਬਨਾਵੇ ਛਿਨਕ ਮੈਂ ਅਨ ਬਨ ਬਨ ਜਾਤੀ। ਤੁਸੀਂ ਜੇ ਚਾਹੋ ਛਿਨ ਵਿੱਚ ਕੀ ਤੋਂ ਕੀ ਕਰ ਸਕਦੇ ਹੋ, ਜੋ ਅਣਬਣ ਨਹੀਂ ਹੋਣ ਵਾਲਾ ਕਾਰਜ ਉਹ ਵੀ ਕਰ ਸਕਦੇ ਹੋ ਪਾਤਸ਼ਾਹ। ਜਲ ਤੇ ਥਲ ਕਰ ਥਲ ਤੇ ਕੂਆ ਕੂਹ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ। ਤੁਹਾਡੇ ਵੀ ਸਮਰੱਥਾ ਹੈ ਅਕਾਲ ਪੁਰਖ ਪ੍ਰਮਾਤਮਾ ਜੀ। ਨਰ ਲੀਲਾ ਕਲਿ ਕਾਲ ਕੀ ਕਰ ਜਗ ਦਿਖਰਾਵੋ। ਫਿਰ ਵੀ ਸਤਿਗੁਰੂ ਪਾਤਸ਼ਾਹ ਆਪ ਜੀ ਮਨੁੱਖੀ ਲੀਲਾ ਕਰ ਰਹੇ ਹੋ, ਸਾਰੇ ਜਗਤ ਦੇ ਮਾਲਕ ਹੋ ਕੇ ਸਤਿਗੁਰੂ ਪਾਤਸ਼ਾਹ ਇਸ ਤਰ੍ਹਾਂ ਮਹਾਰਾਜ ਉੱਚ ਦੇ ਪੀਰ ਬਣੇ ਹੋਏ ਹੋ, ਕਈ ਸੰਗਤਾਂ ਨੂੰ ਸਿੱਖਿਆ ਦੇ ਰਹੇ ਹੋ ਮਹਾਰਾਜ, ਇਹ ਤੁਹਾਡੀ ਮਨੁੱਖੀ ਲੀਲਾ ਹੈ। ਹਰਕ ਸ਼ੋਕ ਨੇ ਵਿਆਪਈ ਤਿਲ ਲੇਪ ਨ ਲਾਵੋ। ਆਪ ਜੀ ਨੂੰ ਸਤਿਗੁਰੂ ਮਹਾਰਾਜ ਨਾ ਹਰਖ ਹੈ ਨਾ ਸ਼ੋਕ ਹੈ, ਨਾ ਖੁਸ਼ੀ ਹੈ ਨਾ ਗਮੀ ਹੈ, ਨਾ ਸੁੱਖ ਹੈ ਨਾ ਦੁੱਖ ਹੈ। ਆਪ ਨੂੰ ਕੋਈ ਵੀ ਲੇਪ ਨਹੀਂ ਲੱਗਦਾ, ਲੇਪ ਛੇਪ ਨਾ ਲਿਪੇ ਤੇ ਆਪ ਜੀ ਸਭ ਤੋਂ ਨਿਆਰੇ ਹੋ। ਹਮ ਲੋਕਨ ਕੋ ਦੀਖਤੀ ਜਬਰੀ ਤੁਰਕੇਸ਼ਾ। ਸਤਿਗੁਰ ਸਾਨੂੰ ਵਿਖਦਾ ਹੈ ਕਿ ਇਹਨਾਂ ਤੁਰਕੇਸ਼ਾਂ ਨੇ, ਔਰੰਗਜ਼ੇਬ ਨੇ, ਇਹਨਾਂ ਮੁਗਲਾਂ ਨੇ, ਪਹਾੜੀ ਰਾਜਿਆਂ ਨੇ ਬਹੁਤ ਤੁਹਾਡੇ ਨਾਲ ਜ਼ਬਰਦਸਤੀ ਕੀਤੀ, ਤੁਹਾਡੇ ਨਾਲ ਅਨਿਆਂ ਕੀਤਾ ਪਾਤਸ਼ਾਹ, ਸਾਨੂੰ ਵਿਖਦਾ ਹੈ। ਪਰ ਤੁਸੀਂ ਤਾਂ ਪਾਤਸ਼ਾਹ ਮਨੁੱਖੀ ਲੀਲਾ ਕਰਦੇ ਹੋਏ ਭਾਣੇ ਵਿੱਚ ਵਿਚਰ ਰਹੇ ਹੋ। ਕਰਿਓ ਬੁਰਾ ਤਿਨ ਆਪਨ ਸਭ ਤੁਮ ਸੋ ਰਚ ਦ્વੈਸ਼ਾ। ਸਤਿਗੁਰ ਜੀ ਤੁਹਾਡੇ ਨਾਲ ਦਵੈਸ਼ ਕਰਕੇ ਨਾ ਮੁਗਲਾਂ ਨੇ ਆਪਣੀ ਜੜ ਪੁੱਟ ਲਈ ਪਾਤਸ਼ਾਹ, ਆਪਣਾ ਹੀ ਬੁਰਾ ਕੀਤਾ ਪਾਤਸ਼ਾਹ। ਮਹਾਰਾਜ ਇਹਨਾਂ ਮੂਰਖਾਂ ਨੇ ਆਪਣੇ ਪੈਰ ਤੇ ਕੁਹਾੜਾ ਮਾਰਿਆ ਹੈ। ਸੁਨ ਕੈ ਸ਼੍ਰੀ ਮੁਖ ਤੇ ਕਹਿਓ ਇਮ ਹੋਵਨ ਹਾਰੀ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਰਾਏ ਕੱਲੇ ਦਾ ਬਚਨ ਸੁਣ ਕੇ, ਪਾਤਸ਼ਾਹ ਦੇ ਕਹਿ ਲੋ ਸ਼ਰਧਾਲੂ ਵਾਲੇ ਬਚਨ ਸੁਣ ਕੇ ਮਹਾਰਾਜ ਕਹਿਣ ਲੱਗੇ, ਰਾਏ ਕੱਲਾ ਜੀ ਇਹ ਰੱਬ ਦਾ ਭਾਣਾ ਹੀ ਇਸ ਤਰ੍ਹਾਂ ਹੋਣਾ ਸੀ, ਜਿਵੇਂ ਰੱਬ ਦਾ ਭਾਣਾ ਵਾਪਰਨਾ ਸੀ ਉਵੇਂ ਹੋਇਆ ਹੈ। ਮਿਟਤ ਨਾ ਕੋਟ ਉਪਾਵ ਤੇ ਨਰ ਹੋਏ ਕੈ ਨਾਰੀ। ਭਾਵੇਂ ਕੋਈ ਇਸਤਰੀ ਹੈ ਭਾਵੇਂ ਕੋਈ ਪੁਰਸ਼ ਹੈ, ਜੋ ਰੱਬ ਦਾ ਭਾਣਾ ਵਾਪਰਨਾ ਹੈ ਉਹ ਵਾਪਰੇਗਾ ਜ਼ਰੂਰ। ਭਾਵੇਂ ਕੋਈ ਕਿਤਨਾ ਮਰਜ਼ੀ ਰੋਕ ਲਵੇ, ਅਕਾਲ ਪੁਰਖ ਹੈ, ਅਕਾਲ ਪੁਰਖ ਨੇ ਜੋ ਕਾਰਜ ਕਰਨਾ ਹੈ ਉਹ ਕਰੀ ਜਾ ਰਿਹਾ ਹੈ। ਮਾਨਨੀਏ ਸਭ ਸੀਸ ਪਰ ਸੁਰ ਅਸੁਰਨ ਕੇਰੀ। ਦੇਵਤਿਆਂ ਨੂੰ ਵੀ ਦੈਂਤਾਂ ਨੂੰ ਵੀ ਰੱਬ ਦਾ ਹੁਕਮ ਮੰਨਣਾ ਚਾਹੀਦਾ ਹੈ। ਰੱਬ ਦਾ ਹੁਕਮ ਸਾਰੇ ਮੰਨਣ ਵਾਲੇ ਹਨ। ਇਹ ਸੂਰਜ ਵੀ ਤਾਂ ਰੱਬ ਦਾ ਹੁਕਮ ਮੰਨ ਰਿਹਾ ਹੈ,
ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਇਹ ਸਾਰੇ ਰੱਬ ਦੇ ਹੁਕਮ ਵਿੱਚ ਵਗ ਰਹੇ ਹਨ। ਨਰ ਬਪਰੇ ਕੀ ਕਹਾਂ ਗਤ, ਜੋ ਫੇਰੈ ਹੇਰੀ। ਇਹ ਸਾਰੇ ਦੇਵੀ ਦੇਵਤੇ, ਦਰਿਆ, ਸਮੁੰਦਰ ਆਦਿ ਜਿਤਨੇ ਹਨ ਰੱਬ ਦੇ ਭੈ ਵਿੱਚ ਹਨ, ਤੇ ਸਾਡੀ ਕੀ ਗਿਣਤੀ ਹੈ। ਇਹ ਮਨੁੱਖਾ ਜਿਹੜਾ ਜਨਮ ਲੈ ਕੇ ਅਸੀਂ ਆਏ ਹਾਂ, ਇਸ ਮਨੁੱਖਾ ਜਨਮ ਵਿੱਚ ਜਿਤਨੇ ਜੀਵ ਹਨ ਉਹਨਾਂ ਦੀ ਕੀ ਗਿਣਤੀ ਹੈ। ਬੋਰ ਕਯੋ ਸ਼੍ਰੀ ਬਦਨ ਤੇ ਸੁਨ ਕੱਲਾ ਰਾਉ। ਸਤਿਗੁਰ ਪਾਤਸ਼ਾਹ ਫਿਰ ਆਪਣੇ ਮੁਖਾਰ ਬਿੰਦ ਤੋਂ ਕਹਿਣ ਲੱਗੇ, ਰਾਏ ਕੱਲਿਆ ਇਹ ਵਚਨ ਸੁਣ। ਹਿਆ ਅਰੂੜ ਗਮ ਨੀਜੀਏ, ਕੁਛ ਚਲੇ ਅਗਾਉ। ਚਲੋ ਆਪਣੇ ਘੋੜੇ ਤੇ ਸਵਾਰੀ ਕਰੋ, ਥੋੜਾ ਅੱਗੇ ਚਲੀਏ, ਅੱਗੇ ਜਾ ਕੇ ਥੋੜਾ ਆਰਾਮ ਕਰਾਂਗੇ। ਮਾਨ ਹੁਕਮ ਕੋ ਹਿਆ ਚੜਿਓ, ਪੁਨ ਸਤਿਗੁਰ ਪਿਆਨੇ। ਤੇ ਰਾਏ ਕੱਲਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਮੰਨ ਕੇ ਆਪਣੇ ਘੋੜੇ ਤੇ ਬਿਆਨਾ ਕਰਕੇ ਅੱਗੇ ਜਾਣ ਲੱਗਾ। ਲੰਮੇ ਗ੍ਰਾਮ ਪੁਨ ਪਹੁੰਚ ਕੇ ਬਚ ਰਾਏ ਬਖਾਨੇ। ਰਾਏ ਕੋਟ ਤੋਂ ਥੋੜਾ ਖਾਲਸਾ ਜਿੱਥੇ ਜਗਰਾਉਂ ਦਾ ਇਲਾਕਾ ਹੈ ਨਾ, ਥੋੜਾ ਜਿਹਾ ਅੱਗੇ ਲੰਬਾ ਜੱਟਪੂਰਾ ਪਿੰਡ ਹੈ। ਜਦੋਂ ਉੱਥੇ ਪਹੁੰਚਿਆ ਤੇ ਉੱਥੇ ਪਹੁੰਚ ਕੇ ਕਹਿਣ ਲੱਗਾ, ਉਤਰੋ ਕਰੋ ਆਰਾਮ, ਕੁਛ ਆਏ ਬਹੁ ਦੂਰੀ। ਐ ਮਹਾਰਾਜ ਜੀ ਥੋੜਾ ਆਰਾਮ ਕਰ ਲਓ, ਇੱਥੇ ਬੜੀ ਦੂਰ ਆ ਗਏ ਆ ਪਾਤਸ਼ਾਹ, ਥੋੜਾ ਇੱਥੇ ਟਿਕਾਣਾ ਕਰ ਲੋ। ਮੁਝ ਪਰ ਕਰੁਣਾ ਕੀਜੀਏ, ਦ੍ਰਿਸ਼ਟੀ ਦਿਖਰੂਰੀ। ਸਤਿਗੁਰ ਪਾਤਸ਼ਾਹ ਥੋੜੀ ਕਿਰਪਾ ਕਰੋ, ਮਿਹਰ ਭਰੀ ਨਿਗਾਹ ਇੱਥੇ ਰੱਖੋ ਮਹਾਰਾਜ, ਇਹ ਤੁਹਾਡਾ ਹੀ ਘਰ ਹੈ ਮਹਾਰਾਜ, ਇਹ ਸਾਰਾ ਇਲਾਕਾ ਤੁਹਾਡਾ ਹੈ ਪਾਤਸ਼ਾਹ, ਤੁਸੀਂ ਕਿਰਪਾ ਕਰੋ, ਥੋੜਾ ਇੱਥੇ ਆਰਾਮ ਕਰ ਲੋ। ਲੰਮੇ ਗ੍ਰਾਮ ਥਿਰੀ ਜੀਏ, ਆਇਓ ਮੈਂ ਸੰਗੀ। ਤੇ ਸਤਿਗੁਰ ਜੀ ਮੈਂ ਤੁਹਾਡੇ ਨਾਲ ਹੀ ਆ ਰਿਹਾ, ਫਿਕਰ ਨਾ ਕਰੋ ਪਾਤਸ਼ਾਹ, ਜਿੱਥੇ ਆਪ ਜੀ ਮਹਾਰਾਜ ਟਿਕੋਗੇ ਤੁਹਾਡਾ ਹੀ ਘਰ ਹੈ ਪਾਤਸ਼ਾਹ, ਇਹ ਲੰਮਾ ਜੱਟਪੂਰਾ ਪਾਤਸ਼ਾਹ, ਇਹ ਪਿੰਡ ਤੁਹਾਡਾ ਹੀ ਹੈ। ਬੈਠ ਬਿਤਾਵੋ ਸਮਾਂ, ਕੁਛ ਮਮ ਪੁਰੋ ਉਮੰਗੀ। ਤੇ ਸਤਿਗੁਰ ਜੀ ਮੇਰੀ ਜਿਹੜੀ ਉਮੰਗ ਹੈ ਪੂਰੀ ਕਰੋ, ਮੇਰੀ ਚਾਹਨਾ ਪੂਰੀ ਕਰੋ ਪਾਤਸ਼ਾਹ ਜੀ, ਥੋੜਾ ਸਮਾਂ ਇੱਥੇ ਬੈਠ ਕੇ ਗੁਜ਼ਾਰੋ, ਸਾਰੀ ਸੰਗਤਾਂ ਨੂੰ ਦਰਸ਼ਨ ਦਿਓ ਮਹਾਰਾਜ, ਸਭ ਤੁਹਾਡੇ ਦਰਸ਼ਨ ਕਰਨੇ ਬੜੇ ਉਸਾਵਲੇ ਹੋ ਰਹੇ ਹਨ। ਸੁਨ ਕਰ ਬੋਲੇ ਸਤਿਗੁਰੂ ਕੋ ਸ਼ੀਘਰ ਵਿਸਾਲਾ। ਸਤਿਗੁਰ ਪਾਤਸ਼ਾਹ ਰਾਏ ਕੱਲੇ ਦੀ ਬੇਨਤੀ ਸੁਣ ਕੇ ਮਹਾਰਾਜ ਕਹਿਣ ਲੱਗੇ, ਭਲਾ ਜੀ ਠੀਕ ਹੈ ਭਾਈ, ਇੱਥੇ ਥੋੜਾ ਆਰਾਮ ਕਰਦੇ ਹਾਂ, ਪਰ ਇਸ ਤਰ੍ਹਾਂ ਕਰੋ ਕੋਈ ਐਸਾ ਬੰਦਾ ਬੁਲਾਓ ਜਿਹੜਾ ਬੜਾ ਤੇਜ਼ ਤੁਰਦਾ ਹੋਵੇ। ਸੁਧ ਕੋ ਲਿਆਏ ਸਿਰੰਦ ਤੇ ਮਗ ਜਾਏ ਉਤਾਲਾ। ਉਹ ਤੁਹਾਡਾ ਮਨੁੱਖ ਸਰਹੰਦ ਵਾਲੇ ਪਾਸੇ ਤੋਂ ਕੋਈ ਖਬਰ ਲੈ ਕੇ ਆਵੇ, ਜਿਸ ਵੇਲੇ ਤੋਂ ਸਾਡੇ ਸਾਹਿਬਜ਼ਾਦੇ ਪਰਿਵਾਰ ਵਿਛੋੜਾ ਪਿਆ ਸੀ, ਮਾਤਾ ਜੀ ਇਸ ਪਾਸੇ ਹੋ ਗਏ ਸਨ, ਅਸੀਂ ਅੱਗੇ ਲੰਘ ਗਏ ਸੀ, ਪਰਿਵਾਰ ਵਿਛੋੜੇ ਤੋਂ ਬਾਅਦ ਉਹਨਾਂ ਦੀ ਖਬਰ ਨਹੀਂ ਆਈ। ਬਬ ਲਗ ਥਿਰ ਇਸ ਥਲ ਰਹੇ, ਪੁਨ ਜਾਏ ਅਗਾਉ। ਜਦ ਤੱਕ ਖਬਰ ਨਹੀਂ ਆਉਂਦੀ ਅਸੀਂ ਉੱਥੇ ਤੱਕ ਇੱਥੇ ਰਵਾਂਗੇ, ਭਾਵੇਂ ਇੱਕ ਦਿਨ, ਭਾਵੇਂ 2 ਦਿਨ, ਭਾਵੇਂ 4 ਦਿਨ। ਜਦੋਂ ਖਬਰ ਆਵੇਗੀ ਸਾਹਿਬਜ਼ਾਦਿਆਂ ਜੀ ਤੇ ਮਾਤਾ ਗੁਜਰੀ ਜੀ ਦੀ, ਉਦੋਂ ਅਸੀਂ ਅੱਗੇ ਜਾਵਾਂਗੇ। ਮਾਤਾ ਗੁਜਰੀ ਉਤ ਗਈ, ਮਗ ਪਾਏ ਨਕਾਉ। ਜਿੱਥੇ ਸਰਸਾ ਦੇ ਕੰਡੇ ਤੇ ਵਿਛੋੜਾ ਪਿਆ ਸੀ, ਮਾਤਾ ਗੁਜਰੀ ਜੀ ਉਹ ਪਤਾ ਨਹੀਂ ਕਿਹੜੇ ਰਸਤੇ ਚਲੇ ਗਏ, ਨਾਲ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਵੀ ਸਨ। ਕਹੇ ਕੱਲਾ ਸ਼੍ਰੀ ਪ੍ਰਭ ਸੁਨੋ, 10 ਜੋਜਨ ਜਾਨੋ। ਤੇ ਰਾਏ ਕੱਲਾ ਕਹਿਣ ਲੱਗਾ, ਮਹਾਰਾਜ ਜੀ ਇੱਥੋਂ ਬਹੁਤ ਦੂਰ ਹੈ, 40 ਕੋਹ ਦਾ ਪਿੰਡ ਹੈ ਪਾਤਸ਼ਾਹ, 10 ਜੋਜਨ ਹੈ, 40 ਕੋਹ ਲਾ ਸਤਿਗੁਰ ਪਾਤਸ਼ਾਹ, ਇਤਨਾ ਦੂਰ ਦਾ ਪਿੰਡਾ ਹੈ, ਸਰਹੰਦ ਦਾ ਇਲਾਕਾ ਹੈ। ਔਰ ਸਿਰੰਦ ਇਸ ਥਾਨ ਤੇ ਸਭ ਕਰੋ ਬਖਾਨੋ। ਪਾਤਸ਼ਾਹ ਸਾਰੇ ਕਹਿੰਦੇ ਹਨ, ਅਸੀਂ ਤਾਂ ਕਈ ਵਾਰੀ ਜਾਂਦੇ ਇੱਥੋਂ ਸਰਹੰਦ, ਮਹਾਰਾਜ 40 ਕੋਹ ਦਾ ਪਿੰਡਾ ਹੈ, इथों इतना दूर सरहंद है। बने न जान सौर को लख तुर्क पछाने। पातशाह जे मेरा कोई जोधा जावेगा ना, कोई सूरवीर जोधा जावेगा, कोई घोड़सवार जावेगा, वो पछाण लैणगे तुर्क, क्योंकि महाराज पिंड पिंड तुहानू लभ रहे हैं। पातशाह थां थां ते तुहाडी भाल हो रही है।
ਇਸ ਕਰਕੇ ਕੋਈ ਸੂਰਮਾ ਨਾ ਭੇਜੀਏ। ਇਕ ਮਾਈ ਹਮਰੇ ਰਾਏ ਸੋ ਇਤੇ ਪਿਆਨੇ। ਇੱਕ ਮੇਰਾ ਬੰਦਾ ਖਾਸ ਹੈ ਮਹਾਰਾਜ, ਜਿਹਦਾ ਨਾਮ ਹੈ ਨੂਰੇ ਮਾਹੀ। ਮਹਾਰਾਜ ਬਹੁਤ ਤੇਜ਼ ਤੁਰਦਾ ਹੈ, ਜੇ ਉਹਨੂੰ ਭੇਜਾਂਗੇ ਉਹ ਖਬਰ ਲੈ ਕੇ ਆਵੇਗਾ। ਹੁਕਮ ਕਰੋ ਭੇਜੈ ਤਿਸੈ 10 ਜੋਜਨ ਜਾਵੇ। ਆਸ਼ਾ ਜੀ ਹੁਕਮ ਤਾਂ ਕਰੋ, ਉਹਨੂੰ ਭੇਜ ਦਈਏ, ਉਹ 40 ਕੋ ਦਾ ਪੈਂਡਾ ਤੈਅ ਕਰਕੇ ਉਹ ਜਾਵੇਗਾ। ਦਿਵਸ ਦੂਸਰੇ ਤਿਤਕ ਚਲ ਸੁਧਿਆਨ ਸੁਨਾਵੇ। ਮਹਾਰਾਜ ਅੱਜ ਜਾਵੇਗਾ ਤੇ ਦੂਜੇ ਦਿਨ ਮਹਾਰਾਜ ਸਾਰੀ ਖਬਰ ਲਵੇਗਾ ਤੇ ਖਬਰ ਲੈ ਕੇ ਫਿਰ ਆਪ ਜੋ ਸੁਣਾਵੇਗਾ। ਪਟੋ ਤਿਸੇ ਸ਼੍ਰੀ ਗੁਰ ਕਯੋ ਸੋ ਸ਼ੀਗਰ ਪਿਆਨੇ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣਗੇ ਰਾਏ ਕੱਲਿਆ ਚਲੋ ਭੇਜ ਦੇ ਉਹਨਾਂ ਨੂੰ, ਜੋ ਤੇਰਾ ਬੰਦਾ ਹੈ ਨੂਰੇ ਮਾਹੀ ਉਹਨੂੰ ਭੇਜੋ ਕਿ ਛੇਤੀ ਖਬਰ ਲੈ ਕੇ ਆਵੇ। ਸੁਧ ਲੈ ਕਰਪੁਰ ਬੀਚ ਤੇ ਪਹੁੰਚੇ ਇਸ ਥਾਨੇ। ਤੇ ਉਸ ਇਲਾਕੇ ਤੋਂ ਸਾਰੀ ਖਬਰ ਲੈ ਕੇ, ਕਿਉਂਕਿ ਸਰਹੰਦ ਮੁੱਖ ਸ਼ਹਿਰ ਸੀ ਉਦੋਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਤਾਂ ਪਾਤਸ਼ਾਹ ਖੁਦ ਜਾਣਦੇ ਹਨ, ਜਿਹੜਾ ਭਾਣਾ ਵਾਪਰਨਾ ਸੀ, ਜੋ ਵਾਪਰ ਗਿਆ ਉਸ ਬਾਰੇ ਜਾਣਦੇ ਹਨ। ਦੂਜਾ ਮਹਾਰਾਜ ਮਨੁੱਖੀ ਲੀਲਾ ਕਰ ਰਹੇ ਖਾਲਸਾ ਜੀਓ, ਕਿ ਸਰਹੰਦ ਮੁੱਖ ਇਲਾਕਾ ਉਹੀ ਸੀ, ਉੱਥੇ ਹੀ ਸਾਰੇ ਭਾਣੇ ਵਾਪਰਨੇ ਸਨ ਤੇ ਵਜ਼ੀਰ ਖਾਂ ਦਾ ਇਲਾਕਾ ਵੀ ਉਹੀ ਹੈ। ਇਸ ਕਰਕੇ ਪਾਤਸ਼ਾਹ ਉਸ ਇਲਾਕੇ ਵਾਲੀ ਭੇਜ ਰਹੇ ਹਨ ਕਿ ਉਧਰ ਜਾਓ, ਉਧਰ ਕੋਈ ਖਬਰ ਲੈ ਕੇ ਆਵੇ। ਹਿਮ ਕਹਿ ਕੇ ਸ਼੍ਰੀ ਬਦਨ ਤੇ ਉਤਰ ਆਏ ਪ੍ਰਿਯੰਕਾ। ਇਸ ਤਰ੍ਹਾਂ ਉਹਨੇ ਬੇਨਤੀ ਕਰਕੇ ਮਹਾਰਾਜ ਦਾ ਪਲੰਗ ਥੱਲੇ ਉਤਾਰਿਆ ਹੈ। ਤੇਰੇ ਤਿਸੀ ਥਲ ਮੈਂ ਤਬੇ ਗੁਰਹੀਨ ਆਤੰਕਾ। ਐਸੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਪਲੰਗ ਤੋਂ ਪਾਤਸ਼ਾਹ ਉੱਤੇ ਥੱਲੇ ਉਤਰੇ ਹਨ ਤੇ ਥੱਲੇ ਉਤਰ ਕੇ ਮਹਾਰਾਜ ਇੱਕ ਮੰਜੇ ਤੇ ਬੈਠ ਗਏ। ਪਠਿਓ ਹਕਾਰ ਸੋ ਮਹਿਖੀ ਚੱਲ ਸ਼ੀਗਰ ਸਿਖਾਇਓ। ਉੱਥੇ ਜਿਹੜਾ ਮੱਝਾਂ ਚਾਰਨ ਵਾਲਾ ਖਾਲਸਾ ਨੂਰੇ ਮਾਹੀ ਹੈ, ਉਹਨੂੰ ਬੁਲਾਇਆ ਤੇ ਰਾਏ ਕੱਲਾ ਕਹਿਣ ਲੱਗਾ ਨੂਰੇ ਮਾਹੀ ਫਟਾਫਟ ਕਰ, ਹੁਣੇ ਹੀ ਸਰਹੰਦ ਦੇ ਇਲਾਕੇ ਵੱਲ ਚਲੇ ਜਾਓ। ਬਖਸ਼ੇ ਧਨ ਬਿਨ ਬਿਲਮ ਜੇ ਪਹੁੰਚੇ ਮਗਤਾਇਓ। ਬਿਨਾਂ ਦੇਰੀ ਤੋਂ ਜਾਵੇਂਗਾ, ਛੇਤੀ ਜਾਵੇਂਗਾ, ਖਬਰ ਲੈ ਕੇ ਆਵੇਂਗਾ, ਤੈਨੂੰ ਬੜੀ ਧਨ ਦੀ ਬਖਸ਼ਿਸ਼ ਕਰਾਂਗਾ, ਫਿਕਰ ਨਾ ਕਰੀ, ਮਾਲੋ ਮਾਲ ਕਰ ਦਵਾਂਗਾ। ਪਰ ਇੱਕ ਵਾਰੀ ਖਬਰ ਲੈ ਕੇ ਆ ਮਾਤਾ ਗੋਜਰੀ ਜੀ ਕਿੱਧਰ ਹਨ। ਛੋਟੇ ਲਖਤੇ ਜ਼ਿਗਰ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਕਿਸ ਪਾਸੇ ਹਨ, ਉਹਨਾਂ ਦੀ ਖਬਰ ਲੈ ਕੇ ਆਓ। ਤੋ ਸਮਾ ਤਬ ਪ੍ਰਾਤ ਕੋ ਗਮਨਿਓ ਜਬ ਮਾਈ। ਜਿਸ ਵੇਲੇ ਨੂਰੇ ਮਾਹੀ ਇੱਥੋਂ ਚੱਲਿਆ ਖਾਲਸਾ ਜੀਓ, ਉਹ ਸਮਾਂ ਸੀ ਸਵੇਰ ਦਾ ਤੇ ਸਵੇਰੇ ਸਵੇਰੇ ਇੱਥੋਂ ਤੁਰਿਆ ਹੈ। ਵਾਯੂ ਬੇਗ ਤੇ ਸ਼ੀਗਰ ਚੱਲ ਤਾਇਓ ਮਗ ਮਾਈ। ਬਹੁਤ ਤੇਜ਼ ਤੁਰਨ ਵਾਲਾ ਇਹ ਨੂਰੇ ਮਾਹੀ, ਭਾਵ ਹਵਾ ਤੋਂ ਵੀ ਤੇਜ਼ ਤੁਰਨ ਵਾਲਾ। ਇੱਕ ਖਾਲਸਾ ਜੀਓ ਮਿਸਾਲ ਹੀ ਹੈ ਕਿ ਭਾਵ ਬਹੁਤ ਤੇਜ਼ ਤੁਰਨ ਵਾਲਾ ਨੂਰੇ ਮਾਹੀ ਜਾਣ ਲਗਾ ਹੈ। ਸਭ ਲਸ਼ਕਰ ਤੁਰਕਾਨ ਕੋ ਪਸਰਿਓ ਤਵ ਚਾਲਾ। ਜਦੋਂ ਚੱਲਿਆ ਤੇ ਸਾਰੇ ਪਾਸੇ ਅੱਗੇ ਤੁਰਕਾਂ ਦੀ ਫੌਜ ਹੀ ਫੌਜ ਸੀ ਖਾਲਸਾ ਜੀਓ। ਜਿੱਧਰ ਜਾਣਾ ਤੁਰਕ ਹੈ, ਸਾਰਾ ਇਲਾਕਾ ਉਹਨਾਂ ਦਾ ਹੀ ਹੈ। ਪੁਰ ਸਰਹੰਦ ਡੇਰੇ ਗਏ ਬਿਸਮੰਤ ਬਿਸਾਲਾ। ਖਾਲਸਾ ਸਰਹੰਦ ਦੇ ਟਿਕਾਣੇ ਵੱਲ ਜਾ ਰਿਹਾ, ਉਹਨਾਂ ਮੁਗਲਾਂ ਦੇ ਟਿਕਾਣੇ ਵੱਲ ਜਾ ਕੇ ਬੜਾ ਹੈਰਾਨ ਹੋਣ ਲੱਗਾ ਕਿ ਚਿਤ ਕਾਏ ਨਾ ਗੁਰ ਲਿਓ ਨੈ ਕਿਨਹੂ ਹੀਰਾ। ਜਿਨ੍ਹਾਂ ਨੂੰ ਪੁੱਛਦਾ ਹੈ ਉਹ ਕਹਿਣ ਲੱਗੇ ਜੀ ਅਸੀਂ ਤਾਂ ਗੁਰੂ ਮਹਾਰਾਜ ਨੂੰ ਵੇਖਿਆ ਹੀ ਨਹੀਂ, ਕਿੱਧਰ ਗੁਰੂ ਮਹਾਰਾਜ ਜੀ ਚਲੇ ਗਏ। ਗਇਓ ਸਬਨ ਕੇ ਬੀਚ ਤੇ ਗੁਰ ਵੀਰ ਬਡੇਰਾ। ਕਈ ਕਹਿਣ ਲੱਗੇ ਜੀ ਮਹਾਰਾਜ ਬਹੁਤ ਬਹਾਦਰ ਵੀਰ ਹਨ, ਉਹ ਸਾਰਿਆਂ ਨੂੰ ਚੀਰਦੇ ਹੋਏ ਵਿੱਚੋਂ ਲੰਘ ਗਏ ਹਨ। ਚਮਕੌਰ ਦੀ ਗੜੀ ਚੋਂ ਪਾਤਸ਼ਾਹ ਬਾਹਰ ਨਿਕਲੇ ਤੇ ਤੁਰਕਾਂ ਦਾ ਘੇਰਾ ਚੀਰਦੇ ਹੋਏ ਮਹਾਰਾਜ ਇੱਥੋਂ ਲੰਘ ਗਏ। ਕਿ ਚਿਤ ਕਾਏ ਰਣ ਮੈਂ ਮਰਿਓ ਨੈ ਦੇਖਿਓ ਜਾਈ। ਤੇ ਉਹਨਾਂ ਚੋਂ ਕਈ ਮੁਗਲ ਕਹਿਣ ਲੱਗੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ ਹਨ, ਅਸੀਂ ਤਾਂ ਵੇਖਿਆ ਨਹੀਂ ਵੀ ਕਿੱਧਰ ਲੰਘ ਕੇ ਗਏ, ਲੱਗਦਾ ਇੱਥੇ ਹੀ ਸ਼ਹੀਦ ਹੋ ਗਏ ਹਨ। ਲੱਖੋਂ ਲੋਥਨ ਬੀਚ ਤੇ ਕੋ ਕਿਸ ਬਿਦ ਪਾਈ। ਇੱਥੇ ਲੱਖਾਂ ਦੀ ਲੋਥਾਂ ਪਈਆਂ ਹਨ, ਲੱਖਾਂ ਬੰਦੇ ਸ਼ਹੀਦ ਹੋਏ ਹਨ,
ਪਤਾ ਨਹੀਂ ਇਹਨਾਂ ਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਹੜੇ ਹਨ। ਇਤਿਆਦਿਕ ਬਹੁ ਬਾਰਤਾ ਮਿਲ ਤੁਰਕ ਕਰਨ ਤੇ। ਇਤਿਆਦਿਕ ਸਾਰੇ ਪਾਸੇ ਮੁਗਲ ਇਹੀ ਗੱਲਾਂ ਕਰੀ ਜਾ ਰਹੇ ਹਨ। ਕੋਈ ਕਹਿਣ ਲੱਗਾ ਜੀ ਅਸੀਂ ਤਾਂ ਮਹਾਰਾਜ ਨੂੰ ਵੇਖਿਆ ਹੀ ਨਹੀਂ, ਕੋਈ ਕਹਿਣ ਲੱਗਾ ਮਹਾਰਾਜ ਕਲਗੀਧਰ ਪਿਤਾ ਮੁਗਲਾਂ ਦਾ ਘੇਰਾ ਚੀਰਦੇ ਹੋਏ ਇੱਥੋਂ ਲੰਘ ਗਏ, ਕੋਈ ਕਹਿਣ ਲੱਗੇ ਜੀ ਮਹਾਰਾਜ ਸ਼ਹੀਦ ਹੋ ਗਏ ਹਨ। ਸਗਰੇ ਗਏ ਸਿਰੰਦ ਕੋ ਬੋ ਸ਼ੋਕ ਬਦੰਤੇ। ਖਾਲਸਾ ਜੀ ਇਸ ਤਰ੍ਹਾਂ ਜਿਹੜੇ ਮਰੇ ਸਨ ਤੁਰਕ, ਇਹ ਸਾਰੇ ਆਪਣੇ ਆਪਣੇ ਘਰਾਂ ਵੱਲ ਜਾਣ ਲੱਗੇ। ਸਭਨਾਂ ਦੇ ਮਨ ਵਿੱਚ ਸ਼ੋਕ ਹੈ, ਘਰ ਵਿੱਚ ਰੋਣਾ ਪਿਟਣਾ ਪਿਆ ਹੋਇਆ ਹੈ। ਪੁਰ ਪੁਰ ਘਰ ਘਰ ਰੁਦਨ ਹੋਏ ਜੈ ਕੇ ਨਰ ਮਾਰੇ। ਸ਼ਹਿਰ ਸ਼ਹਿਰ ਵਿੱਚ, ਪਿੰਡ ਪਿੰਡ ਵਿੱਚ, ਘਰ ਘਰ ਵਿੱਚ ਰੋਣਾ ਪਿਟਣਾ ਪਿਆ ਹੋਇਆ ਹੈ। ਜਿਨ੍ਹਾਂ ਦੇ ਕਈ ਬੰਦੇ ਮਾਰੇ ਗਏ ਹਨ ਉਹ ਦੁਹੱਥੜੇ ਮਾਰ ਕੇ ਖਾਲਸਾ ਜੀ ਰੋ ਰਹੇ ਹਨ। ਚਚਾ ਭਤੀਜਾ ਸੁਤ ਪਿਤਾ ਕੈ ਭਰਾਤ ਸੰਘਾਰੇ। ਕਈਆਂ ਦਾ ਭਰਾ ਮਾਰਿਆ ਗਿਆ, ਕਈਆਂ ਦਾ ਚਾਚਾ, ਕਈਆਂ ਦਾ ਭਤੀਜਾ, ਕਈਆਂ ਦੇ ਪਿਤਾ ਜੀ, ਕਈਆਂ ਦੇ ਮਾਤਾ ਜੀ ਮਾਰੇ ਗਏ, ਭਾਵ ਕਈਆਂ ਦੇ ਬੇਟੇ ਸ਼ਹੀਦ ਹੋ ਗਏ। ਸਸੁਰ ਜਮਾਤਾ ਸੁਸਾ ਸੁਤ ਬਹਿਨੋਈ ਸਾਰੇ। ਕਈਆਂ ਦਾ ਖਾਲਸਾ ਜਵਾਈ, ਕਈਆਂ ਦੇ ਕੁੜਮ ਆਦਿ ਕਈ ਉੱਥੇ ਸ਼ਹੀਦ ਹੋ ਗਏ। ਇਹ ਚਿਤ ਮਾਤੁਲ ਭਾਣਜੇ ਬੰਦ ਪਹਤ ਡਾਰੇ। ਕਈਆਂ ਦੇ ਮਾਮੇ, ਕਈਆਂ ਦੇ ਭਾਣਜੇ, ਕਈਆਂ ਦੇ ਮਿੱਤਰ ਚਮਕੌਰ ਦੀ ਜੰਗ ਵਿਖੇ ਮਾਰੇ ਗਏ। ਜੈ ਕੈ ਜਾਤ ਸੁਨਾਵਨੀ ਪੀਟੇ ਮਿਲ ਨਾਰੀ। ਜਿੱਥੇ ਜਿੱਥੇ ਖਾਲਸਾ ਜੀ ਇਹੀ ਗੱਲਾਂ ਹੋ ਰਹੀਆਂ, ਇਹੀ ਗੱਲਾਂ ਸੁਣਾਈ ਦੇ ਰਹੀਆਂ। ਨਰ ਨਾਰੀ ਕਈ ਮਿਟ ਰਹੇ ਹਨ, ਮਨੁੱਖਤਾ ਖਾਲਸਾ ਜੀ ਅਫਸੋਸ ਕਰ ਰਹੇ ਹਨ, ਪਰ ਜਿਹੜੀ ਇਸਤਰੀਆਂ ਹਨ ਉਹ ਆਪਣੇ ਖਾਲਸੇ ਸਿਰ ਦੇ ਵਾਲ ਪੁੱਟ ਰਹੀਆਂ ਹਨ, ਛਾਤੀ ਤੇ ਖਾਲਸਾ ਜੀ ਹੱਥ ਮਾਰ ਕੇ ਰੋ ਰਹੀਆਂ ਹਨ, ਪੱਟਾਂ ਤੇ ਹੱਥ ਮਾਰ ਕੇ ਖਾਲਸਾ ਪਿੱਟ ਰਹੀਆਂ ਹਨ। ਨਿਜ ਸੰਬੰਧੀ ਸਿਮਰ ਕਰ ਗੁਣ ਗਨਨ ਉਚਾਰੀ। ਤੇ ਆਪਣੇ ਸਾਧ ਸੰਬੰਧੀਆਂ ਦੇ ਗੁਣ ਯਾਦ ਕਰ ਕਰਕੇ ਕਿ ਫਲਾਣਾ ਮਾਰਿਆ ਗਿਆ, ਫਲਾਣਾ ਮਾਰਿਆ ਗਿਆ, ਇਸ ਤਰ੍ਹਾਂ ਉਹਨਾਂ ਦੇ ਗੁਣ ਯਾਦ ਕਰ ਕਰਕੇ ਰੋ ਰਹੀਆਂ ਹਨ। ਦਿੱਲੀ ਆਦਿਕ ਉਤ ਨਗਰ ਇਤ ਲਵਪੁਰ ਰੋਵੇ। ਦਿੱਲੀ ਤੋਂ ਲੈ ਕੇ ਲਾਹੌਰ ਤੱਕ ਰੋਣਾ ਹੀ ਰੋਣਾ ਪਿਆ ਹੋਇਆ ਖਾਲਸਾ ਜੀ। ਅੱਖੋ ਸਤਨਾਮ ਸ੍ਰੀ ਵਾਹਿਗੁਰੂ। 40 ਸਿੰਘ ਇਧਰ ਸ਼ਹੀਦ ਹੋਏ, 40 ਚੋਂ 3 ਗੁਰੂ ਕੇ ਪਿਆਰੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਇਹ ਬਚੇ ਹਨ। ਤੇ ਉਧਰ ਲੱਖਾਂ ਹੀ ਗੁਰੂ ਕੇ ਪਿਆਰਿਆਂ ਨੇ ਖਾਲਸਾ ਜੀਓ ਜੇ 40 ਨੇ ਤੇ ਕਈਆਂ ਨੂੰ ਸ਼ਹੀਦ ਕੀਤਾ, ਉੱਥੇ ਕਈਆਂ ਨੂੰ ਮਾਰਿਆ, ਭਾਵ ਇਹਨਾਂ ਦੀ ਗਿਣਤੀ ਨਹੀਂ। 10 ਲੱਖ ਦੀ ਫੌਜ ਵਿੱਚੋਂ ਕਈ ਖਾਲਸਾ ਜੀ ਮਾਰੇ ਗਏ, ਭਾਵ ਲੱਖ 2 ਲੱਖ ਤਾਂ ਮਾਮੂਲੀ ਗੱਲ ਹੈ ਇਹਨਾਂ ਦੀ ਖਾਲਸਾ ਜੀ। ਇਸ ਤਰ੍ਹਾਂ ਜਿੱਥੇ ਜਿੱਥੇ ਜਿਹੜੇ ਜਿਹੜੇ ਜੀ ਮਾਰੇ ਗਏ, ਕਈਆਂ ਦੇ ਚਾਚੇ, ਕਈਆਂ ਦੇ ਭਤੀਜੇ, ਕਈਆਂ ਦੇ ਖਾਲਸਾ ਜੀ ਹੋਰ ਰਿਸ਼ਤੇਦਾਰ ਜਿਹੜੇ ਜਿਹੜੇ ਮਾਰੇ ਗਏ, ਪਿੰਡ ਪਿੰਡ ਵਿੱਚ, ਸ਼ਹਿਰ ਸ਼ਹਿਰ ਵਿੱਚ, ਘਰ ਘਰ ਵਿੱਚ ਰੋਣਾ ਪਿਟਣਾ ਪਿਆ ਹੋਇਆ ਹੈ। ਕਾਬਲ ਅਰ ਕੰਧਾਰ ਲਗ ਮਨ ਕਸ਼ਟ ਪਰੋਵੇ। ਇਧਰ ਲਾਹੌਰ ਅੱਗੇ ਜਾਈ ਜਾਓ, ਕਾਬਲ ਕੰਧਾਰ ਤੱਕ ਲੋਕਾਂ ਦੇ ਮਨ ਵਿੱਚ ਇਤਨਾ ਕਸ਼ਟ ਹੈ ਕਿ ਸਾਡੇ ਰਿਸ਼ਤੇਦਾਰ ਮਾਰੇ ਗਏ, ਸਾਡੇ ਸਾਗ ਸੰਬੰਧੀ ਮਾਰੇ ਗਏ, ਉਹ ਵੀ ਰੋ ਰਹੇ ਹਨ। ਪਾਲ ਅਰ ਛਾਤੀ ਉਰੂ ਪਰ ਲਗ ਹੱਥ ਬਜੰਤੇ। ਕਈ ਆਪਣੇ ਸਿਰ ਤੇ ਹੱਥ ਮਾਰ ਕੇ ਰੋਂਦੇ ਹਨ ਬੀਬੀਆਂ, ਕਈ ਛਾਤੀ ਤੇ ਹੱਥ ਮਾਰ ਕੇ, ਕਈ ਪੱਟਾਂ ਤੇ ਹੱਥ ਮਾਰ ਕੇ ਰੋਂਦੀਆਂ ਹਨ। ਕਰਤ ਜਾਤ ਇੱਕ ਗਤ ਸਕਲ ਨੈ ਗਨ ਵਿਚਲੰਤੇ। ਖਾਲਸਾ ਇੱਕ ਰਾਤ ਸਾਰਿਆਂ ਪਾਸੇ ਰੋਣਾ ਪਿਟਣਾ ਪਿਆ ਹੋਇਆ ਹੈ, ਸਾਰੇ ਬਹੁਤ ਵਿਆਕੁਲ ਹਨ। ਉਠਤ ਨਾਦ ਰੋਦਨ ਬਡੋ ਤੁਨ ਗੀਤ ਵਿਸਾਲੀ। ਤੇ ਸਾਰੇ ਪਿੰਡ ਪਿੰਡ, ਸ਼ਹਿਰ ਸ਼ਹਿਰ, ਘਰ ਘਰ ਵਿੱਚ ਰੋਣ ਦੀਆਂ ਇਤਨੀਆਂ ਆਵਾਜ਼ਾਂ ਆ ਰਹੀਆਂ ਮਾਨੋ ਇਹਨਾਂ ਦੇ ਘਰ ਕੋਈ ਮਹਾਤਮ ਛਾਇਆ ਹੋਵੇ। ਜਮ ਕੀ ਹੇਤ ਪ੍ਰਸੰਨਤਾ ਮ੍ਰਿਤਯੁ ਕੀਨ ਖੁਸ਼ਾਲੀ। ਤੇ ਮਾਨੋ ਜਮਰਾਜ ਅੱਜ ਬੜਾ ਖੁਸ਼ ਹੈ ਕਿ ਸਾਰੇ ਘਰਾਂ 'ਚ ਮੌਤ ਵੇਖ ਕੇ ਉਹ ਖੁਸ਼ ਹੋ ਰਿਹਾ ਹੈ। ਜੈ ਬਾਸਾ ਤੁਰਕਾਨ ਕੋ ਤੈ ਸ਼ੋਕ ਪਸਾਰਾ। ਜਿੱਥੇ ਤੁਰਕਾਂ ਦਾ ਵਾਸਾ ਹੈ ਉਹਨਾਂ ਪਿੰਡਾਂ ਵਿੱਚ ਹੀ ਬਹੁਤ ਜ਼ਿਆਦਾ ਸ਼ੋਕ ਹੈ। ਮਨੋ ਜੀਤ ਇਸ ਦੇਸ਼ ਕੋ ਵਿੱਚ ਸੈਲ ਸਿਧਾਰਾ। ਮਾਨੋ ਖਾਲਸਾ ਜਮਰਾਜ ਇਸ ਇਲਾਕੇ ਨੂੰ ਜਿੱਤ ਕੇ ਨਾ ਪਹਾੜਾਂ ਵੱਲ ਚਲਾ ਗਿਆ ਹੈ।
ਅੱਖੋ ਸਤਨਾਮ। ਸ੍ਰੀ ਵਾਹਿਗੁਰੂ। ਭਾਵ ਜਮਰਾਜ ਦੀ ਜਿੱਤ ਹੋ ਰਹੀ ਹੈ ਕਿ ਇਤਨੇ ਬੰਦੇ ਮਰੇ ਉਹ ਨਰਕਾਂ ਨੂੰ ਜਾਣ ਗਏ। ਫਿਰ ਪਹਾੜੀਆਂ ਇਲਾਕੇ ਵੱਲ ਚਲਾ ਗਿਆ, ਜਿਹੜੇ ਪਹਾੜੀ ਮਰੇ ਹਨ ਉਧਰ ਵੀ ਘਰ ਘਰ ਰੋਣਾ ਪਿਆ ਹੋਇਆ ਹੈ। ਮੀਆਂ ਮਰੇ ਹਜ਼ਾਰਈ ਰਾਣੇ ਅਰ ਰਾਜੇ, ਹਜ਼ਾਰਾਂ ਹੀ ਮੀਆਂ ਰਾਣੇ ਰਾਜੇ ਤੁਰਕ ਮਲੇਸ਼ ਬਿਰਤੀ ਵਾਲੇ ਇਹ ਮਰੇ ਪਏ ਹਨ। ਗਿਰਬਾਸੀ ਰੋਦਤ ਕਨੇ ਰਸ ਕਰੁਣਾ ਸਾਜੇ, ਜਿਹੜੇ ਪਹਾੜੀ ਇਲਾਕੇ ਵਿੱਚ ਪਹਾੜੀ ਰਾਜੇ ਹਨ ਉਹਨਾਂ ਦੇ ਬੰਦੇ ਕਈ ਮਰੇ, ਉਹ ਵੀ ਰੋ ਰਹੇ ਹਨ। ਇਮ ਅਵਨੀ ਤਲ ਸ਼ੋਕ ਭਾ ਜੈ ਕੈ ਸੁਧ ਜਾਈ। ਇਸ ਤਰ੍ਹਾਂ ਧਰਤੀ ਤਲ ਤੇ ਸਾਰੇ ਪਾਸੇ ਰੁਦਨ ਹੀ ਰੁਦਨ ਹੋ ਰਿਹਾ ਹੈ, ਸ਼ੋਕ ਦੀਆਂ ਲਹਿਰਾਂ ਦੌੜ ਰਹੀਆਂ ਹਨ। ਲਸ਼ਕਰ ਗਏ ਸਿਰੰਦ ਕੋ ਬੋਲਤ ਬਿਸਮਾਈ, ਤੇ ਜਿਹੜੇ ਬਚ ਗਏ ਸਨ ਉਹ ਸਰਹੰਦ ਵੱਲ ਆਉਣ ਲੱਗੇ ਤੇ ਆਪਸ ਵਿੱਚ ਗੱਲਾਂ ਕਰਦੇ ਜਾ ਰਹੇ ਹਨ, ਬਹੁਤ ਹੈਰਾਨ ਹੋ ਰਹੇ ਹਨ ਕਿ ਅਸੀਂ 10 ਲੱਖ, ਦੂਜੇ ਪਾਸੇ 40 ਯੋਧੇ, ਪਰ ਇਹਨਾਂ 40 ਨੇ ਸਾਡਾ ਬੁਰਾ ਹਾਲ ਕਰ ਦਿੱਤਾ। ਗੁਰ ਸੋ ਲਰਨ ਕਿਆਮਤ ਆਹੇ ਪਟ ਪੁੰਜ ਖਪਾਏ। ਉਹ ਕਹਿਣ ਲੱਗੇ ਭਰਾਵੋ ਚੰਗਾ ਯੁੱਧ ਕੀਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ, ਸਾਡੇ ਉੱਤੇ ਤਾਂ ਕਿਆਮਤ ਦਾ ਦਿਨ ਆ ਗਿਆ ਹੈ। ਸਾਡੇ ਕਿਤਨੇ ਯੋਧੇ ਮਾਰੇ ਗਏ ਇਹਨਾਂ ਦੀ ਗਿਣਤੀ ਨਹੀਂ। ਤਉ ਨਾ ਪਕਰਿਓ ਕਿਨੂੰ ਰਣ ਹੱਥ ਸੁਪੱਟ ਸਿਧਾਏ। ਫਿਰ ਵੀ ਕਿਸੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਕੜਿਆ ਨਹੀਂ, ਕਿਸੇ ਤੋਂ ਮਹਾਰਾਜ ਪਕੜੇ ਨਹੀਂ ਗਏ। ਕਿਉਂ? ਉਹ ਮਹਾਨ ਯੋਧੇ ਹਨ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਐਸੇ ਯੋਧੇ ਜਿਹੜੇ ਸਾਰਿਆਂ ਦੇ ਘੇਰੇ ਵਿੱਚੋਂ ਲੰਘ ਗਏ। ਇਤਿਆਦਿਕ ਸਭ ਦੇਸ਼ ਮੈਂ ਪਸਰਿਓ ਵੱਡ ਰੋਰਾ, ਇਤਿਆਦਿਕ ਸਾਰੇ ਇਲਾਕੇ ਵਿੱਚ ਇਹ ਰੋਲਾ ਪਿਆ ਹੋਇਆ ਹੈ। ਰੋਦਤ ਪੀਟਤ ਕਸ਼ਟ ਵੱਡ ਜਗ ਠੋਰੇ ਠੋਰਾ। ਠੋਰਾ ਠੋਰਾ ਥਾਂ ਥਾਂ ਤੇ, ਘਰ ਘਰ ਵਿੱਚ ਬਹੁਤ ਜ਼ਿਆਦਾ ਕਸ਼ਟ, ਲੋਕਾਂ ਦੇ ਘਰ, ਤੁਰਕਾਂ ਦੇ ਘਰ ਇਹ ਰੋਣਾ ਪਿਟਣਾ ਪਿਆ ਹੋਇਆ ਹੈ। ਤਬ ਮਾਈ ਗਮਨਿਓ ਗਇਓ ਸਿਰੰਦਪੁਰ ਮਾਈ। ਤੇ ਉਸ ਵੇਲੇ ਮਾਹੀ, ਇਹ ਨੂਰੇ ਮਾਹੀ ਸਰਹੰਦ ਦੇ ਇਲਾਕੇ ਵੱਲ ਗਿਆ। ਸੁਧ ਸਗਰੀ ਕੋ ਸੁਨਤ ਭਾ ਬੀਤੀ ਜਿਵੇਂ ਆਈ। ਜਿਵੇਂ ਜਿਵੇਂ ਸਾਰੀ ਖਬਰ ਬੀਤੀ, ਸਾਹਿਬਜ਼ਾਦੇ ਖਾਲਸਾ ਜੀ ਉਹ ਸ਼ਹੀਦ ਹੋਏ, ਕਿਵੇਂ ਠੰਡੇ ਬੁਰਜ ਵਿੱਚ ਰਹੇ। ਉਹ ਖਾਲਸਾ ਜੀ ਗੰਗੂ ਬ੍ਰਾਹਮਣ, ਜਿਵੇਂ ਜਿਵੇਂ ਇਹਨੇ ਦੁਸ਼ਟ ਕਮਾਇਆ, ਇਸ ਪਾਪੀ ਨੇ ਪਾਪ ਕਮਾਇਆ ਤੇ ਸਾਹਿਬਜ਼ਾਦੇ ਸ਼ਹੀਦ ਹੋਏ, ਨੀਹਾਂ ਵਿਖੇ ਚਿਣੇ ਗਏ। ਮਾਤਾ ਗੂਜਰੀ ਸ਼ਹੀਦ ਹੋਏ, ਉਹ ਸਾਰੀ ਖਬਰ ਉਹਨੇ ਪ੍ਰਾਪਤ ਕੀਤੀ ਹੈ। ਸਤਿਗੁਰ ਥਿਰੇ ਪ੍ਰਭਾਤ ਤੇ ਬੈਠੇ ਟਿਗਰਾਉ। ਉਹ ਤਾਂ ਨੂਰੇ ਮਾਹੀ ਖਬਰ ਲੈ ਰਿਹਾ ਹੈ। ਦੇਖੋ ਇਧਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਵੇਰ ਤੋਂ ਹੀ ਆਪਣੇ ਪਲੰਗ ਤੇ ਬੈਠੇ ਹਨ। ਕਰੇ ਜੁੱਧ ਕੀ ਬਾਰਤਾ ਜੜ ਤੁਰਕਨ ਰਾਉ। ਤੇ ਇਹ ਰਾਉ, ਇਹ ਰਾਏ ਕੱਲਾ ਇਹਨਾਂ ਤੁਰਕਾਂ ਨਾਲ ਯੁੱਧ ਦੀ ਗੱਲ ਕਰਦਾ ਹੈ। ਕਹਿਣ ਲੱਗਾ ਮਹਾਰਾਜ ਇਹ ਤੁਰਕਾਂ ਦੀ ਜੜ ਵੱਡੀ ਵੱਡੀ ਹੈ ਮਹਾਰਾਜ। ਇਹ ਔਰੰਗਜ਼ੇਬ ਇਸ ਤੋਂ ਪਹਿਲਾਂ ਵੱਡੇ ਵਡੇਰੇ ਪਾਤਸ਼ਾਹ, ਬਹੁਤ ਲੰਬਾ ਰਾਜ ਹੈ ਇਹਨਾਂ ਦਾ। ਪਾਤਸ਼ਾਹ ਹੁਣ ਰਾਜ ਖਤਮ ਕਰੋ ਇਹਨਾਂ ਦਾ, ਤੁਰਕਾਂ ਦੀ ਜੜ ਮੁਕਾਓ ਮਹਾਰਾਜ ਜੀ। ਸਚਿਵ ਆਦ ਗਨ ਰਾਏ ਕੇ ਕਹਿ ਰਾਏ ਤਰੀ ਫੰਗ। ਇਸ ਤਰ੍ਹਾਂ ਖਾਲਸਾ ਜੀ ਰਾਏ ਕੱਲਾ ਵੀ ਪਾਤਸ਼ਾਹ ਕੋਲ ਬੈਠਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੋਰ ਯੋਧੇ ਹਨ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਇਹ ਵੀ ਨਾਲ ਹਨ। ਤੇ ਉੱਥੇ ਰਾਏ ਕੱਲੇ ਦੇ ਕੁਝ ਵਜ਼ੀਰ ਹਨ, ਕੁਝ ਖਾਸ ਬੰਦੇ, ਉਹ ਵੀ ਰਾਏ ਦੀ ਤਾਰੀਫ ਕਰ ਰਹੇ ਹਨ। ਸ਼੍ਰੀ ਗੁਰ ਏ ਧਰਮਾਤਮਾ ਹੱਥ ਦੁਸ਼ਟ ਹਰੀ ਫੰਗ। ਕਹਿਣ ਲੱਗੇ ਮਹਾਰਾਜ ਇਹ ਤੁਹਾਡਾ ਸੇਵਾਦਾਰ ਬੜਾ ਧਰਮਾਤਮਾ ਹੈ, ਰਾਏ ਕੱਲਾ। ਇਹ ਰਾਏ ਕੱਲਾ ਪਾਤਸ਼ਾਹ ਬਹੁਤ ਧਰਮਾਤਮਾ ਹੈ, ਬਹੁਤ ਯੋਧਾ ਹੈ, ਇਹਨੇ ਕਈ ਦੁਸ਼ਟਾਂ ਦਾ ਨਾਸ਼ ਕੀਤਾ ਹੈ। ਨਗਰ ਤਿਹਾੜਾ ਵੱਡ ਬਸੇ ਲੱਖੋਂ ਨਰ ਜਾਈ। ਸਤਿਗੁਰ ਜਿਹਨੂੰ ਅਸੀਂ ਅੱਜ ਕੱਲ ਇਹ ਇਲਾਕਾ ਕਹਿੰਦੇ ਆ ਨਾ, ਰਾਏਕੋਟ ਦਾ ਇਲਾਕਾ ਹੈ ਜਾਂ ਜਗਰਾਉਂ ਆਦਿਕ ਦਾ ਇਲਾਕਾ ਕਹਿੰਦੇ ਆ, ਇਹਦਾ ਪਹਿਲਾ ਨਾਮ ਸੀ ਤਿਹਾੜਾ ਨਗਰ ਮਹਾਰਾਜ। ਇਹ
ਤਿਹਾੜਾ ਨਗਰ ਬੜਾ ਵੱਡਾ ਵਸਦਾ ਸੀ। ਹੁਤੇ ਤੁਰਕ ਤੈ ਦੁਸ਼ਟ ਵੱਡ ਨਿਸ਼ਚੈ ਅਗਮਾਈ। ਇੱਥੇ ਬੜੇ ਤੁਰਕ ਸਨ, ਬਹੁਤ ਪਾਪ ਕਰਦੇ ਸਨ। ਗੋਬਦ ਪਾਪੀ ਬੋ ਕਰੇ ਸੁਨ ਕੱਲਾ ਰਾਉ। ਤੇ ਸਤਿਗੁਰ ਪਾਤਸ਼ਾਹ ਉਹ ਹਮੇਸ਼ਾ ਗਊਆਂ ਦੀ ਹੱਤਿਆ ਕਰਦੇ ਸਨ। ਗੋਬਦ ਗਊਆਂ ਨੂੰ ਮਾਰਦੇ ਸਨ ਮਹਾਰਾਜ। ਇਸ ਤਰ੍ਹਾਂ ਰੋਜ਼ ਹੀ ਪਾਪ ਕਰਦੇ ਸਨ। ਜਦੋਂ ਰਾਏ ਕੱਲੇ ਨੇ ਸੁਣਿਆ ਕਿ ਮੇਰੇ ਇਲਾਕੇ ਵਿੱਚ ਇਹ ਪਾਪ ਹੋ ਰਿਹਾ ਹੈ, ਪਾਪ ਸਮੀਪੀ ਹੋਣ ਤੇ ਮਨ ਸਹਿ ਨ ਸਕਾਉ। ਤੇ ਇਹ ਧਰਮਾਤਮਾ ਬੰਦਾ ਹੈ ਮਹਾਰਾਜ। ਇਹਨੇ ਵੇਖਿਆ ਬੇਜ਼ੁਬਾਨ ਗਊਆਂ ਨੂੰ ਮਾਰ ਰਹੇ ਹਨ ਇਹ ਤੁਰਕ ਮਲੇਸ਼, ਤੇ ਇਸ ਤੋਂ ਸਹਿਨ ਨਾ ਹੋਇਆ। ਜਮੂ ਬਟੋਰਤ ਚੜ ਚੱਲਿਓ ਤੌਂਸਾ ਤੁੰਕਾਰਾ। ਇਹ ਨਗਾਰਾ ਵਜਾਉਂਦਾ ਹੋਇਆ ਮਹਾਰਾਜ ਆਪਣੀ ਫੌਜ ਲੈ ਕੇ ਉਹਨਾਂ ਤੁਰਕਾਂ ਵੱਲ ਚੜ ਪਿਆ। ਨਗਰ ਤੀਰ ਤਵ ਪਹੁੰਚ ਕੇ ਕੀਏ ਜੰਗੇ ਅਖਾਰਾ। ਜਦੋਂ ਤਿਹਾੜੇ ਨਗਰ ਦੇ ਨੇੜੇ ਪਹੁੰਚਿਆ ਮਹਾਰਾਜ, ਇਹਨੇ ਜੰਗ ਦਾ ਅਖਾੜਾ ਕੀਤਾ, ਭਾਵ ਯੁੱਧ ਸ਼ੁਰੂ ਕੀਤਾ ਹੈ। ਨਿਤ ਸਵੈਰ ਪੂਰਬ ਲਰੇ ਇਨ ਹਮਲਾ ਕਾਲਾ। ਤੇ ਉਹਨਾਂ ਮਲੇਸ਼ਾਂ ਨੇ ਮਹਾਰਾਜ ਤੁਰਕਾਂ ਨੇ ਬਾਹਰ ਨਿਕਲ ਕੇ ਬੜਾ ਯੁੱਧ ਕੀਤਾ। ਇਧਰੋਂ ਰਾਏ ਕੱਲਾ ਵੀ ਆਪਣੇ ਯੋਧੇ ਲੈ ਕੇ ਯੁੱਧ ਕਰੀ ਜਾ ਰਿਹਾ ਸੀ। ਕਰੇ ਕਤਲ ਪਿਖ ਭਾਜ ਗਏ ਵਿਚ ਲਰੇ ਵਿਸਾਲਾ। ਮਹਾਰਾਜ ਕਈ ਕਤਲ ਕੀਤੇ ਇਸਨੇ, ਕਈ ਯੋਧੇ ਮਾਰੇ। ਜਦੋਂ ਵੇਖਿਆ ਉਹਨਾਂ ਦੇ ਪੈਰ ਹਿਲ ਗਏ ਤੇ ਜਾ ਕੇ ਆਪਣੇ ਕਿਲਿਆਂ ਵਿੱਚ ਵੜ ਗਏ। ਲਾਏ ਮੋਰਚੇ ਨਗਰ ਕੋ ਉਨ ਮੰਡ ਲੜਾਈ। ਤੇ ਮਹਾਰਾਜ ਨਗਰ ਵਿੱਚ ਮੋਰਚੇ ਲਗਾ ਕੇ ਉੱਥੇ ਬੈਠ ਗਏ, ਆਕੀ ਹੋ ਕੇ ਬੈਠ ਗਏ, ਯੁੱਧ ਕਰਦੇ ਰਹੇ। ਨਿਕਸ ਨ ਆਏ ਪ੍ਰਵੇਸ਼ ਤੇ ਘੇਰੇ ਚੌਕਾਈ। ਪਰ ਮਹਾਰਾਜ ਇਹਨੇ ਚਾਰੋਂ ਪਾਸੇ ਘੇਰਾ ਪਾਇਆ ਹੋਇਆ, ਪਰ ਕੋਈ ਵੀ ਆਪਣੇ ਘਰਾਂ ਤੋਂ ਬਾਹਰ ਨਹੀਂ ਆ ਰਿਹਾ ਸੀ। ਜਿੱਥੇ ਜਿੱਥੇ ਮੋਰਚੇ ਲਾਏ ਉੱਥੇ ਲੁਕ ਲੁਕ ਕੇ ਬੈਠੇ ਹੋਏ ਸਨ। ਇੱਕ ਸੰਮਤ ਲੜ ਤੇਰੇ ਪੁਨ ਪਏ ਲਚਾਰੀ। ਪਾਤਸ਼ਾਹ ਜੀ 1 ਸਾਲ ਤੱਕ ਯੁੱਧ ਹੋਇਆ। ਰਾਏ ਕੱਲਾ 1 ਸਾਲ ਤੱਕ ਉੱਥੇ ਮੋਰਚੇ ਲਗਾ ਕੇ ਬੈਠਾ ਰਿਹਾ ਮਹਾਰਾਜ। ਇਤਨਾ ਨੁਕਸਾਨ ਕੀਤਾ ਉਹਨੇ ਤੁਰਕਾਂ ਦਾ ਮਹਾਰਾਜ। ਇਹ ਯੋਧਾ ਹੈ। ਉਹ ਮਲੇਸ਼ ਬਿਰਤੀ ਵਾਲੇ, ਗਊ ਹੱਤਿਆ ਕਰਨ ਵਾਲੇ ਮਹਾਰਾਜ। ਜਦੋਂ ਇਸ ਤਰ੍ਹਾਂ 1 ਸਾਲ ਬਤੀਤ ਹੋ ਗਿਆ, ਮਿਲਨ ਹੇਤ ਕਰ ਤਰਾਸ ਕੋ ਬਾतें ਵਿੱਚ ਡਾਰੀ। ਤੇ ਮਹਾਰਾਜ ਉਹਨਾਂ ਨੇ ਫਿਰ ਸੋਚਿਆ ਵੀ ਸਾਡਾ ਬਚਾਵ ਕਿਵੇਂ ਹੋਵੇਗਾ। ਉਹ ਰਾਏ ਕੱਲੇ ਨਾਲ ਮਿਲਾਪ ਕਰਨ ਲਈ, ਮਿੱਤਰਤਾ ਕਰਨ ਲਈ, ਸਲਾਹ ਕਰਨ ਲਈ ਉਹ ਬਾਹਰ ਆਣ ਲੱਗੇ। ਕਹੋ ਰਾਏ ਤੁਮ ਕਿਉਂ ਲੜੋ ਕੁਛ ਲੈਣ ਨ ਦੇਣਾ। ਉਹਨਾਂ ਦੇ ਕੁਝ ਬੰਦੇ ਬਾਹਰ ਆਏ, ਕਹਿਣ ਲੱਗੇ ਰਾਏ ਕਿ ਜੀ ਤੁਸੀਂ ਕਿਉਂ ਲੜਦੇ ਹੋ, ਸਾਡੇ ਨਾਲ ਤੁਹਾਡਾ ਕੋਈ ਲੈਣਾ ਦੇਣਾ ਹੈ ਹੀ ਨਹੀਂ, ਅਸੀਂ ਤੁਹਾਡਾ ਕੁਝ ਵਿਗਾੜਿਆ ਹੀ ਨਹੀਂ। ਨਾਹਕ ਬਿਨ ਸੇ ਆਦਮੀ ਦੋ ਦਿਸ਼ ਕੀ ਸੈਨਾ। 1 ਸਾਲ ਹੋ ਗਏ ਸਾਡਾ ਯੁੱਧ ਹੁੰਦੇ ਨੂੰ, ਦੋਵਾਂ ਪਾਸਿਆਂ ਤੋਂ ਬਹੁਤ ਬੰਦੇ ਮਰ ਰਹੇ ਹਨ, ਬਿਨਾਂ ਕਾਰਨ ਤੋਂ ਫੌਜਾਂ ਮਰ ਰਹੀਆਂ ਹਨ। ਰਾਏ ਕਹਿਓ ਗੋ ਬਦ ਤਜੋ ਇਸ ਕਾਰਜ ਹੇਤਾ। ਰਾਏ ਕੱਲੇ ਨੇ ਆਖਿਆ ਤੁਸੀਂ ਇਹ ਗਊ ਹੱਤਿਆ ਛੱਡ ਦਿਓ, ਗਊਆਂ ਨੂੰ ਮਾਰਨਾ ਛੱਡ ਦਿਓ, ਤੁਹਾਨੂੰ ਇਸ ਕਰਕੇ ਮੈਂ ਮਾਰ ਰਿਹਾ ਹਾਂ। ਮੈਂ ਖਰਚਿਓ ਲੱਖੋਂ ਦਰਬ ਰਣ ਰੋਸ ਸਮੇਤਾ। ਤੁਸੀਂ ਇਹ ਕੰਮ ਛੱਡਦੇ ਨਹੀਂ ਤਾਂ ਮੈਂ ਜੰਗ ਦਾ ਅਖਾੜਾ ਤੁਹਾਡੇ ਨਾਲ ਕਰਨ ਵਾਸਤੇ ਆਇਆ ਹਾਂ, ਤੇ ਜੰਗ ਦੇ ਪਿੱਛੇ ਮੈਂ ਲੱਖਾਂ ਰੁਪਏ ਲਗਾ ਦਿੱਤਾ ਹੈ, ਪਰ ਤੁਸੀਂ ਗਊਆਂ ਨੂੰ ਨਾ ਮਾਰੋ। ਸੁਨ ਬੋਲੇ ਲਾਚਾਰ ਹੋਏ ਹਮਨੇ ਅਬਮਾਨੀ। ਜਦੋਂ ਬਿਲਕੁਲ ਲਾਚਾਰ ਹੋ ਗਏ ਨਾ, ਉਹ ਕਹਿਣ ਲੱਗੇ ਰਾਏ ਕੱਲਾ ਜੀ ਅੱਜ ਤੋਂ ਬਾਅਦ ਅਸੀਂ ਗਊਆਂ ਨਹੀਂ ਮਾਰਾਂਗੇ। ਆਗੇ ਨੇ ਗੋ ਬਦ ਕਰੇ ਸੱਚ ਲੀਜੇ ਜਾਨੀ। ਇਹ ਤੁਸੀਂ ਸੱਚੀ ਗੱਲ ਸਾਡੀ ਜਾਣ ਲਓ, ਸਾਡੇ ਤੇ ਭਰੋਸਾ ਰੱਖੋ, ਅੱਜ ਤੋਂ ਬਾਅਦ ਅਸੀਂ ਗਊਆਂ ਨਹੀਂ ਮਾਰਾਂਗੇ। ਰਾਏ ਕਹੇ ਦੇਵ ਜਾਮਨੀ ਤੁਮ ਕੋ ਤਵ ਤਿਆਗੋ। ਰਾਏ ਨੇ ਆਖਿਆ ਸਾਨੂੰ ਜਾਮਣੀ ਦਵੋ, ਕੋਈ ਵਿਸ਼ਵਾਸ ਦਿਓ, ਭਰੋਸਾ ਦਿਵਾਵੋ ਕਿ ਤੁਸੀਂ ਕਿਸੇ ਦੀ ਸਹੁੰ ਤਾਂ ਖਾਓ ਕਿ ਅੱਗੇ ਤੋਂ ਗਊਆਂ ਨਹੀਂ ਮਾਰੋਗੇ। ਨਾਹੀਂ ਤਾਂ ਕਰਕੇ ਜੰਗ ਬਲ ਬਾਡਨ ਸਭ ਲਾਗੋ। ਨਹੀਂ ਤਾਂ ਹੁਣੇ ਹੀ ਯੁੱਧ ਕਰਕੇ ਸਭ ਨੂੰ ਇਕਸਾਰ ਵੱਢ ਦੇਵਾਂਗਾ, ਜਿਹੜਾ ਅੱਗੇ ਆਏ ਝਟਕਾ ਕੇ ਬਾਹਰ ਮਾਰਾਂਗਾ ਉਹਨੂੰ। ਬੀਨ ਬੀਨ ਸਭ ਕੋ ਹਤੋਂ ਜਰ ਖੋਜ ਮਿਟਾਵੋ। ਉਹਨੂੰ ਚੁਣ ਚੁਣ ਕੇ ਮਾਰਾਂਗਾ ਵੀ ਇਹ ਮਲੇਸ਼ ਬਿਰਤੀ ਵਾਲਾ ਹੈ, ਇਹ ਗਊ ਹੱਤਿਆ ਕਰਦਾ ਹੈ, ਇਹ ਤੁਰਕ ਹੈ, ਇਹ ਪਾਪੀ ਹੈ, ਇਸ ਤਰ੍ਹਾਂ ਸਭ ਨੂੰ ਮਾਰ ਮੁਕਾਵਾਂਗਾ। ਬੌਰ ਕਰੇ ਨੇ ਪਾਪ ਇਮ
ਅਸ ਪੁਰਖ ਬਸਾਵੋ। ਤੇ ਇਸ ਧਰਤੀ ਤੇ ਮੈਂ ਐਸੇ ਬੰਦੇ ਵਸਾਵਾਂਗਾ ਇਸ ਇਲਾਕੇ ਵਿੱਚ ਜਿਹੜੇ ਮੁੜ ਕੇ ਪਾਪ ਨਹੀਂ ਕਰਨਗੇ। ਉਹ ਤੁਹਾਡਾ ਪਾਪ ਵੇਖ ਕੇ ਰੋਣਗੇ ਕਿ ਸਾਨੂੰ ਉਹਨਾਂ ਨੇ ਮਰਵਾ ਛੱਡਿਆ। ਇਸ ਕਰਕੇ ਤੁਰਕੋ ਮਲੇਸ਼ੋ, ਅੱਜ ਤੋਂ ਬਾਅਦ ਇਹ ਗਲਤੀ ਨਾ ਕਰਨਾ। ਜੇ ਗਲਤੀ ਕਰੋਗੇ ਫਿਰ ਤੁਹਾਡਾ ਵੀ ਇਹੀ ਹਾਲ ਹੋਵੇਗਾ। ਕਹਿ ਅੰਤਰ ਕੇ ਤਰਾਸ ਧਰ ਕੋ ਜਾਮਨ ਹੋਵੇ। ਜਿਹੜੇ ਅੰਦਰ ਦੇ ਸਨ ਉਹ ਡਰ ਕਰਕੇ ਕਹਿਣਗੇ ਸਾਡਾ ਜਾਮਣ ਕੌਣ ਬਣੇਗਾ। ਅਸ ਪਈਤ ਨੇ ਨਿਕਟ ਕੋ ਵਿਚਿਆਨ ਖਲੋਵੇ। ਸਾਡੇ ਨੇੜੇ ਕੋਈ ਨਜ਼ਰ ਨਹੀਂ ਆ ਰਿਹਾ ਜਿਹੜਾ ਤੇਰੇ ਤੇ ਸਾਡੇ ਵਿਚਕਾਰ ਸਾਡੀ ਸੁਲ੍ਹਾ ਕਰਾਵੇ, ਕੋਈ ਸਾਡੀ ਜਾਮਣੀ ਦਵੇ, ਕੋਈ ਨਜ਼ਰ ਨਹੀਂ ਆ ਰਿਹਾ। ਅਪਰ ਨਹੀਂ ਲਖੀਅਤ ਇਹਾਂ ਹਮ ਸਕਲ ਵਿਚਾਰੇ। ਉਹ ਕਹਿਣ ਲੱਗੇ ਜੀ ਅਸੀਂ ਕੋਈ ਹੋਰ ਨੂੰ ਨਹੀਂ ਜਾਣਦੇ, ਸਾਨੂੰ ਕੋਈ ਨਜ਼ਰ ਨਹੀਂ ਆ ਰਿਹਾ, ਅਸੀਂ ਚੰਗੀ ਤਰ੍ਹਾਂ ਵਿਚਾਰ ਕਰ ਲਈ ਹੈ। ਇੱਕ ਸੁਤਦਰਵ ਦਰਿਆਓ ਹੈ ਵਿੱਚ ਆਏ ਹਮਾਰੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਧਰ ਤੁਰਕ ਮਲੇਸ਼ ਜਿਹੜੇ ਗਊ ਹੱਤਿਆ ਕਰਨ ਵਾਲੇ, ਇਧਰ ਰਾਏ ਕੱਲਾ ਇਹਦੇ ਯੋਧੇ ਹਨ। ਦੋਵਾਂ ਦੇ ਵਿਚਕਾਰ ਹੁਣ ਸੁਲ੍ਹਾ ਹੋ ਰਹੀ ਹੈ। ਸੁਲ੍ਹਾ ਕਰਨ ਲਈ ਰਾਏ ਕੱਲਾ ਕਹਿਣ ਲੱਗਾ ਜੀ ਕਿਸੇ ਦੀ ਸਹੁੰ ਖਾਓ, ਜਾਮਣੀ ਦਵੋ। ਉਹ ਕਹਿਣ ਲੱਗੇ ਸਾਡੀ ਜਾਮਣੀ ਕੌਣ ਲਵੇਗਾ, ਕੋਈ ਲੈਣ ਵਾਲਾ ਹੈ ਹੀ ਨਹੀਂ। ਇੱਕ ਸਤਲੁਜ ਦਰਿਆ ਹੈ, ਚਲੋ ਉਹਦੇ ਕੋਲ ਜਾ ਕੇ ਉਹਦੀ ਸਹੁੰ ਖਾਂਦੇ ਹਾਂ। ਅਸੀਂ ਦਰਿਆ ਦੀ ਸਹੁੰ ਖਾਂਦੇ ਹਾਂ, ਸਾਨੂੰ ਉਹ ਸਾਡੀ ਰੱਖਿਆ ਕਰੇਗਾ। ਜੇ ਅਸੀਂ ਕੋਈ ਪਾਪ ਕਰਾਂਗੇ ਸਾਨੂੰ ਮਾਰ ਦੇਵੇਗਾ। ਚਾਹੋ ਜੇ ਲੀਜੇ ਜਾਮਨੀ ਚਲੀਏ ਤਿਸ ਤੀਰਾ। ਜੇ ਤੁਸੀਂ ਸਤਲੁਜ ਦੀ ਜਾਮਣੀ ਲੈਣਾ ਚਾਹੁੰਦੇ ਹੋ ਚਲੋ ਉਹਦੇ ਕਿਨਾਰੇ ਤੇ ਚਲੀਏ। ਲਿਖ ਕਾਗਦ ਹਮ ਦੇਂਗੇ ਸਾ ਪਰ ਸੈ ਨੀਰਾ। ਅਸੀਂ ਪਾਣੀ ਨੂੰ ਕਾਗਜ਼ ਥੋੜਾ ਜਿਹਾ ਛੁਹਾ ਕੇ ਨਾ ਉੱਤੇ ਲਿਖਾਂਗੇ ਕਿ ਇਹ ਸਤਲੁਜ ਦਰਿਆ ਅਸੀਂ ਤੈਨੂੰ ਜਾਮਨ ਬਣਾਉਂਦੇ ਹੋਏ ਸਹੁੰ ਖਾ ਰਹੇ ਹਾਂ ਕਿ ਅੱਜ ਤੋਂ ਬਾਅਦ ਗਊ ਹੱਤਿਆ ਨਹੀਂ ਕਰਾਂਗੇ। ਪਾਣੀ ਦੁਸ਼ਟ ਜਿਮ ਬਾਰਤਾ ਮਾਨੀ ਤਿਮਰਾਉ। ਤੇ ਉਹ ਦੁਸ਼ਟ ਚਲਾਕ ਸਨ ਖਾਲਸਾ ਜੀ, ਉਹ ਬਹੁਤ ਅੰਦਰ ਕੂੜ ਬਿਰਤੀ ਵਾਲੇ, ਪਾਪੀ ਬਿਰਤੀ ਵਾਲੇ। ਜਿਵੇਂ ਉਹਨਾਂ ਨੇ ਆਖਿਆ ਰਾਏ ਕੱਲੇ ਨੇ ਉਹਨਾਂ ਦੀ ਗੱਲ ਮੰਨ ਲਈ। ਸਪਤ ਕੋਸ ਤੈ ਤੇ ਹੁਤੇ ਗਮਨੇ ਤਿਸ ਥਾਉ। ਤੇ ਮਹਾਰਾਜ ਉਸ ਥਾਂ ਤੋਂ 7 ਕੋ ਪਰਲੇ ਪਾਸੇ ਸਤਲੁਜ ਦਰਿਆ ਸੀ। ਮਹਾਰਾਜ ਇਹ ਸਤਲੁਜ ਦੇ ਕੰਢੇ ਤੇ ਦੋਵੇਂ ਪਹੁੰਚੇ, ਰਾਏ ਕੱਲਾ ਵੀ ਪਹੁੰਚਿਆ ਤੇ ਉਹ ਤੁਰਕ ਮਲੇਸ਼ ਵੀ ਉੱਥੇ ਪਹੁੰਚੇ ਹਨ। ਬੈਠ ਪ੍ਰਥਮ ਪੂਜਾ ਕਰੀ ਸਭ ਬਿਦ ਦਿਸ਼ ਦੋ। ਉੱਥੇ ਬੈਠ ਕੇ ਦੋਵਾਂ ਪਾਸੇ ਤੋਂ ਪੂਜਾ ਕੀਤੀ ਕਿ ਸਤਲੁਜ ਦਰਿਆ ਦੀ। ਇਹ ਦਰਿਆ ਸਾਨੂੰ ਮਹਾਰਾਜ ਇਹ ਰੱਬ ਦੇ ਪਿਆਰਿਆ ਸਾਨੂੰ ਬਚਾ ਲੈ। ਬਸ ਦੋਵਾਂ ਪਾਸਿਆਂ ਤੋਂ ਆਰਾਧਨਾ ਕਰਕੇ ਨਾ ਫਿਰ ਸਹੁੰ ਖਾਈ ਗਈ। ਔਰ ਲਿਖੀ ਤੈ ਜਾਮਨੀ ਜੈਸੀ ਬਿਦੋ। ਤੇ ਜਿਸ ਵਿਧੀ ਨਾਲ ਦੋਵਾਂ ਦਾ ਕਹਿ ਲੋ ਸਲਾਹ ਮਸ਼ਵਰਾ ਹੋਇਆ ਸੀ ਇਸ ਤਰ੍ਹਾਂ ਸਹੁੰ ਖਾਵਾਂਗੇ, ਉਸੇ ਤਰ੍ਹਾਂ ਸਹੁੰ ਖਾਈ ਗਈ। ਕਾਗਜ਼ ਉੱਤੇ ਜਾਮਣੀ ਲਿਖੀ ਗਈ। ਜੇ ਹਮ ਗੋਬਦ ਕरेंगे ਦੰਡੋ ਦਰਿਆਉ। ਉਹਨਾਂ ਨੇ ਲਿਖਿਆ ਇਹ ਦਰਿਆ ਸਤਲੁਜ ਦਰਿਆ, ਜੇ ਅੱਜ ਤੋਂ ਬਾਅਦ ਅਸੀਂ ਇਸ ਇਲਾਕੇ ਵਿੱਚ ਗਊ ਹੱਤਿਆ ਕਰਾਂਗੇ ਨਾ ਤੇ ਸਾਨੂੰ ਤੁਸੀਂ ਪਾਪੀ ਜਾਣ ਕੇ ਮਰਵਾ ਦੇਣਾ, ਸਾਨੂੰ ਖਤਮ ਕਰ ਦੇਣਾ, ਸਾਨੂੰ ਦੰਡ ਦੇਣਾ, ਅਸੀਂ ਦੰਡ ਦੇ ਹੱਕਦਾਰ ਹੋਵਾਂਗੇ। ਇਤਿਆਦਿਕ ਲਿਖਵਾਏ ਕਰ ਹਰਖੇ ਹੋ ਤਵਰਾਉ। ਇਤਿਹਾਸ ਜਦੋਂ ਲਿਖਵਾਇਆ ਨਾ ਤੇ ਰਾਏ ਕੱਲਾ ਬੜਾ ਖੁਸ਼ ਹੋਇਆ। ਕਾਗਦ ਲੈ ਕਰ ਪੁਰ ਆਪਨ ਆਇਓ ਪੁਨ ਬਾਸਾ। ਮਹਾਰਾਜ ਇਹ ਕਾਗਜ਼ ਲੈ ਕੇ, ਉਹ ਜਾਮਣੀ ਵਾਲਾ ਕਾਗਜ਼ ਲੈ ਕੇ ਆਪਣੇ ਨਗਰ ਆ ਕੇ ਰਹਿਣ ਲੱਗਾ। ਨਗਰ ਤਿਹਾੜਾ ਵੱਡ ਬਸੇ ਚੌ ਵਰਨ ਖੁਲਾਸਾ। ਸਤਿਗੁਰ ਚਾਰੋਂ ਵਰਨਾਂ ਦਾ ਨਗਰ ਵਸਦਾ। ਤਿਹਾੜਾ ਨਗਰ ਬਹੁਤ ਵੱਡਾ ਨਗਰ ਸੀ ਇਹ ਪਹਿਲਾਂ। ਸੁਨੀਏ ਸ਼੍ਰੀ ਪ੍ਰਭ ਸਤਿਗੁਰੂ ਇੱਕ ਬਰਖ ਬਿਤਾਵਾ। ਐ ਮਹਾਰਾਜ ਸੁਣੋ ਪਾਤਸ਼ਾਹ ਜੀ, ਜਦੋਂ 1 ਸਾਲ ਬਤੀਤ ਹੋਇਆ ਔਰ ਏਕ ਗੋ ਬਦ ਕਰੀ ਵੱਡ ਪਾਪ ਕਮਾਵਾ। ਉਹਨਾਂ ਵਿੱਚੋਂ ਮਹਾਰਾਜ ਇੱਕ ਨੇ ਪਾਪ ਕਰ ਲਿਆ। ਪਾਤਸ਼ਾਹ ਤਿਹਾੜੇ ਇਲਾਕੇ ਵਿੱਚ ਬਾਦਸ਼ਾਹ ਇੱਕ ਨੇ ਪਾਪ ਕੀਤਾ, ਉੱਥੇ ਗਊ ਹੱਤਿਆ ਜਦੋਂ ਕੀਤੀ ਹੈ। ਸੁਨੀ ਰਾਏ ਜਬ ਬਾਰਤਾ ਦਰਿਆਓ ਅਰਾਦਾ। ਜਦੋਂ ਰਾਏ ਨੇ ਸੁਣਿਆ ਵੀ ਪਾਪੀਆਂ ਨੇ ਪਾਪ ਕਰ ਲਿਆ, ਆਪਣੀ ਸਹੁੰ ਤੋਂ ਮੁਕਰ ਗਏ ਤੇ ਰਾਏ ਕੱਲਾ ਪਹੁੰਚ ਗਿਆ ਦਰਿਆ ਕੋਲ। ਇਹ ਦਰਿਆ ਮੇਰਾ ਕੁਝ ਨਹੀਂ ਹੈ,
ਕੱਲ ਨੂੰ ਲੋਕਾਂ ਨੇ ਤੇਰੇ ਤੇ ਵਿਸ਼ਵਾਸ ਨਹੀਂ ਕਰਨਾ, ਕਿਉਂਕਿ ਤੂੰ ਵੀ ਰੱਬ ਦਾ ਰੂਪ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭੈ ਵਿੱਚ ਚੱਲੈ ਲੱਖ ਦਰਿਆਓ, ਇਤਨੇ ਦਰਿਆ ਨਦੀਆਂ ਵਹਿੰਦੇ ਰੱਬ ਦੇ ਹੁਕਮ ਵਿੱਚ ਹੈ ਨਾ। ਰੱਬ ਨੇ ਹੁਕਮ, ਰੱਬ ਵਿੱਚ ਵੀ ਇਹਨਾਂ ਵਿੱਚ ਹੈ। ਪਾਣੀ ਵਿੱਚ ਰੱਬ ਹੈ ਖਾਲਸਾ ਜੀਓ। ਨਾਰਾਇਣ, ਨਾਰ ਪਾਣੀ, ਆਇਣ ਘਰ, ਜਿਹਦਾ ਪਾਣੀ ਚ ਘਰ ਹੈ ਉਹ ਪ੍ਰਮਾਤਮਾ ਹੈ ਨਾ। ਉਹਨਾਂ ਨੇ ਦਰਿਆ ਨੂੰ ਰੱਬ ਜਾਣ ਕੇ ਰਾਧਿਆ ਸੀ ਖਾਲਸਾ ਜੀ। ਇੱਥੇ ਕੋਈ ਗੁਰੂ ਪਾਤਸ਼ਾਹ ਦਰਿਆ ਬਾਰੇ ਗੱਲ ਨਹੀਂ ਕਰਦੇ ਵੀ ਦਰਿਆ ਦੀ ਪੂਜਾ ਕਰੋ। ਭਾਵ ਹਰ ਥਾਂ ਤੇ ਪ੍ਰਮਾਤਮਾ ਹੈ। ਕਿੱਥੇ ਨਹੀਂ ਪ੍ਰਮਾਤਮਾ? ਦਰਿਆ ਦੇ ਕੰਢੇ ਜਾ ਕੇ ਵੇਖ ਲਓ, ਇੱਥੇ ਵੀ ਹੈ, ਬਾਹਰ ਵੀ ਹੈ, ਹਰ ਥਾਂ ਤੇ ਹੈ। ਭਾਵ ਜਿਹੜਾ ਵਿਸ਼ਵਾਸ ਹੈ ਨਾ ਉਹੀ ਰੱਬ ਹੈ। ਜਿਹਦੀ ਸਹੁੰ ਖਾ ਰਹੇ ਹਾਂ, ਜਾਮਣ ਬਣਾ ਰਹੇ ਹਾਂ, ਦੋਵਾਂ ਦੀ ਮਿੱਤਰਤਾ ਹੋ ਰਹੀ ਹੈ, ਉਹੀ ਤਾਂ ਰੱਬ ਦੋਵਾਂ ਦੀ ਬੈਠਾ ਸੀ ਨਾ। ਇਸ ਕਰਕੇ ਰਾਏ ਕੱਲਾ ਕਹਿਣ ਲੱਗਾ ਦਰਿਆ ਇਹ ਰੱਬ ਰੂਪ, ਤੇਰੀ ਜਾਮਣੀ ਲਈ ਸੀ ਇਹਨਾਂ ਨੇ, ਹੁਣ ਤੂੰ ਆਪੇ ਪਾਣਾ ਵਰਤਾ। ਮੈਂ ਕੁਝ ਨਹੀਂ ਕਰਨਾ, ਮੈਂ ਤਾਂ ਮਾਰ ਕੇ ਥੱਕ ਗਿਆ ਇਹਨਾਂ ਨੂੰ। ਇਹ ਪਾਪੀ ਹਨ, ਇਹਨਾਂ ਪਾਪੀਆਂ ਨੂੰ ਮਾਰ ਕੇ ਮੈਂ ਆਪਣੇ ਹੱਥ ਖਰਾਬ ਕਰਨੇ ਹਨ। ਇਹ ਦਰਿਆ ਹੁਣ ਤੂੰ ਪਾਣਾ ਵਰਤਾ ਦੇ। ਤੁਮ ਜਾਮਨ ਇਸ ਬਾਤ ਕੇ ਇਹ ਦੁਸ਼ਟ ਅਸਾਦਾ। ਜਾਮਣ ਸੀ ਇਸ ਗੱਲ ਦੇ ਕਿ ਜੇ ਪਾਪ ਕਰਨਗੇ ਸਾਨੂੰ ਦਰਿਆ ਆਪੇ ਮਾਰੇਗਾ। ਹੁਣ ਇਹਨਾਂ ਨੂੰ ਸਜ਼ਾ ਦੇਵੋ ਜੀ। ਨਿਰਵਾਰੋ ਨਿਜ ਜਾਮਨੀ ਦੇਵ ਦੰਡ ਵਿਸਾਲਾ। ਆਪਣੀ ਜਾਮਣੀ ਨੂੰ ਦੂਰ ਕਰੋ, ਦੰਡ ਆਪੇ ਦਿਓ ਇਹਨਾਂ ਨੂੰ। ਭਾਈ ਆਨ ਜਬ ਜਾਮਨੀ ਕਹਤੇ ਇਸ ਢਾਲਾ। ਕੱਲਾ ਕਹਿ ਕੇ ਆਪਣੇ ਇਲਾਕੇ ਵੱਲ ਆ ਗਿਆ। ਤੇ ਜਦੋਂ ਰਾਤ ਹੋਈ ਖਾਲਸਾ ਜੀ ਭਾਣਾ ਵਰਤਿਆ। ਸਪਤ ਕੋਸ ਸੁਤਦਰਵ ਹੋਤੋ ਤਾਹਨ ਤਟ ਲਾਗੇ। ਸੱਤ ਕੋ ਪਰਲੇ ਪਾਸੇ ਸਤਲੁਜ ਦਰਿਆ ਸੀ। ਇੱਕਦਮ ਰਾਤੋਂ ਰਾਤ ਇਹਨੇ ਦਰਿਆ ਦਾ ਵਹਾ ਉਰਲੇ ਪਾਸੇ ਆਇਆ। ਇਹ ਸਾਰੇ ਪਿੰਡ ਢਾ ਛੱਡੇ ਇਹਨਾਂ ਦੇ। ਪਹੁੰਚਿਓ ਪੁਰ ਕੇ ਨਿਕਟ ਲੋ ਨਰ ਨਾਰਿਨ ਜਾਗੇ। ਪਿੰਡ ਦੇ ਨੇੜੇ ਪਹੁੰਚਿਆ, ਦਰਿਆ ਦਾ ਪੂਰਾ ਹੜ ਖਾਲਸਾ ਜੀਓ। ਤੇ ਲੋਕੀ ਜਾਗਣ ਲੱਗੇ, ਪਾਣੀ ਕਿੱਥੋਂ ਆ ਗਿਆ ਅੱਧੀ ਰਾਤ ਨੂੰ? ਜਦੋਂ ਸਾਰੇ ਫਟਾਫਟ ਜਾਗੇ ਹਨ। ਬਨੇ ਸਦਨ ਗਿਰਨੇ ਲਗੇ ਢਾਹਤ ਜਲ ਗੇਰੇ। ਢਾਹ ਨੇ ਖਾਲਸਾ ਪਾਣੀ ਦਾ ਇਤਨਾ ਵਹਾ ਆਇਆ, ਪਾਣੀ ਸਭ ਦੇ ਘਰ ਢਾਈ ਗਿਆ। ਜਿਤਨੇ ਇਹਨਾਂ ਦੇ ਘਰ ਬਣੇ ਸਨ ਸਭ ਢਹਿ ਗਏ। ਏਤਕ ਨਰ ਤ੍ਰੀਐ ਬਹਿ ਗਏ ਪਾਰ ਹੋਰ ਬਡੇਰੇ। ਕਈ ਇਸਤਰੀ ਪੁਰਸ਼ ਵਿੱਚ ਪਾਣੀ 'ਚ ਹੀ ਵਹਿ ਗਏ ਖਾਲਸਾ ਜੀ। ਸਾਰੇ ਪਾਸੇ ਰੋਲਾ ਮਚ ਗਿਆ। ਓਚਕ ਜਲ ਕਹਤੇ ਆਇਓ ਕੁਛ ਜਾਏ ਨ ਜਾਣਾ। ਸਾਰੇ ਕਹਿਣ ਲੱਗੇ ਅਚਾਨਕ ਪਾਣੀ ਕਿੱਥੋਂ ਆ ਗਿਆ, ਸਾਡੀ ਸਮਝ ਵਿੱਚ ਨਹੀਂ ਆ ਰਿਹਾ। ਦਰਬ ਆਦ ਕਰ ਵਸਤ ਗਨ ਵਿੱਚ ਜਲ ਕੇ ਨਾਨਾ। ਜਿਤਨੀ ਵਸਤੂਆਂ ਸੀ ਇਹਨਾਂ ਦੇ ਘਰਾਂ ਵਿੱਚ ਸਭ ਰੁੜ ਗਈਆਂ। ਨਿਸਾ ਅੰਧੇਰੀ ਨਾਰ ਨਰ ਭਾਜੇ ਉਤਲਾਏ। ਅੰਧੇਰੀ ਨਾ ਰਾਤ ਵਿੱਚ ਇਸਤਰੀ ਪੁਰਸ਼ ਕੋਈ ਇੱਧਰ ਦੌੜਦਾ, ਕੋਈ ਉੱਧਰ ਦੌੜਦਾ, ਕੋਈ ਪਾਣੀ ਡੁੱਬ ਕੇ ਲੰਘੀ ਜਾ ਰਹੇ ਖਾਲਸਾ ਜੀ। ਭਾਵ ਸਾਰੇ ਪਾਸੇ ਹਾਹਾਕਾਰ ਮਚ ਗਈ। ਨੈ ਦੀਕਤ ਜਲ ਮੈਂ ਗਿਰੇ ਸਭ ਦੀਏ ਬਹਾਏ। ਪਾਣੀ ਦਾ ਵਹਾ ਇਤਨਾ ਆਇਆ, ਸਾਰੇ ਵਹਾ ਛੱਡੇ। ਕਿਹੜਾ ਕਿੱਥੇ ਗਿਰਿਆ ਕੋਈ ਨਜ਼ਰ ਨਹੀਂ ਆ ਰਿਹਾ। ਨਗਰ ਸਗਰ ਕਰ ਕਰ ਬਗਰ ਦਰਿਆਓ ਬਿਦਾਰੇ। ਪੂਰਾ ਨਗਰ ਘਰ ਘਰ ਵਿੱਚ ਸਭ ਪਾਸੇ ਤਬਾਹੀ ਮਚਾਤੀ ਦਰਿਆ ਨੇ। ਕੇਤਕ ਬਚੇ ਪਲਾਏ ਕਰ ਕੇਤਕ ਵਿੱਚ ਮਾਰੇ। ਕਈ ਜਿਹੜੇ ਬਚ ਗਏ ਸਨ ਫਟਾਫਟ ਬਾਹਰ ਦੌੜ ਗਏ, ਫਟਾਫਟ ਕਾਲੀ ਨਾਲ ਜੁਗਤੀ ਨਾਲ। ਤੇ ਜਿਹੜੇ ਪਾਪੀ ਸਨ ਉਹ ਸਾਰੇ ਵਹਿ ਗਏ, ਉੱਥੇ ਮਰ ਗਏ। ਕੋਸਨ ਮੈਂ ਜੋ ਬਸਤ ਥੋ ਸਭ ਦੀਨ ਬਹਾਈ। ਐ ਮਹਾਰਾਜ ਜਿਹੜਾ ਇਹ ਉਜਾੜ ਨਗਰ ਸੀ ਨਾ, ਤਿਹਾੜਾ ਨਗਰ, ਕੋਹਾਂ ਵਿੱਚ ਵਸਦਾ ਸੀ ਪਾਤਸ਼ਾਹ, ਸਾਰਾ ਤਬਾਹ ਹੋ ਗਿਆ। ਜਿੱਥੇ ਪਾਪੀ ਪਾਪ ਕਰਦੇ ਮਹਾਰਾਜ, ਉਹ ਨਗਰ ਤਬਾਹ ਹੋਣਾ ਹੀ ਹੈ। ਇਮ ਸੁਤਦਰਵ ਨਿਜ ਜਾਮਨੀ ਨ੍ਰਿਪ ਕੀ ਉਤਰਾਈ। ਇਸ ਤਰ੍ਹਾਂ ਉਸ ਦਰਿਆ ਨੇ ਆਪਣੀ ਜਾਮਣੀ ਉਤਰਾਈ। ਇਹ ਰਾਏ ਕੱਲਾ ਮੈਂ ਆਪਣੀ ਜਾਮਣੀ ਉਤਾਰਦਾ ਹਾਂ। ਮੇਰੀ ਸਹੁੰ ਖਾਈ ਸੀ ਇਹਨਾਂ ਨੇ ਤੇ ਮੈਂ ਆਪਣਾ ਕੰਮ ਪੂਰਾ ਕਰਦਾ ਹਾਂ। ਸ਼੍ਰੀ ਗੁਰ ਤੁਮਰੀ ਕਿਰਪਾ ਤੇ ਇਮ ਰਾਏ ਕਲੇਰਾ। ਮਹਾਰਾਜ ਇਹ ਰਾਏ ਕੱਲਾ ਤੁਹਾਡੀ ਕਿਰਪਾ ਨਾਲ। ਕਰਤ ਸਦਾ ਸਤ ਸੰਗ ਕੋ ਕਰ ਪੁੰਨ ਬਡੇਰਾ। ਸਤ ਸੰਗਤ ਕਰਨ ਵਾਲਾ ਹੈ ਮੁਸਲਮਾਨ, ਪਰ ਪਾਤਸ਼ਾਹ ਤੁਹਾਡਾ ਸਿੱਖ ਬਣ ਗਿਆ ਹੈ। ਇੱਥੇ ਕੋਈ ਸਿੱਖ ਕੀ ਹੈ? ਸਿੱਖਿਆ ਲੈਣ ਵਾਲਾ, ਆਤਮ ਰਸੀਆ। ਇਹ ਆਤਮ ਰਸੀਆ ਬਣ ਗਿਆ ਹੈ। ਸੁਨ ਕਰ ਸ਼੍ਰੀ ਸਤ ਗੁਰ ਤੇਓ ਆਛੋ ਪਦ ਪੈ ਹੈ। ਪਾਤਸ਼ਾਹ ਕਹਿਣਗੇ ਭਲਾ ਹੋਇਆ,
ਇਹ ਰਾਏ ਕੱਲਾ ਕੋਈ ਸਿੱਖਣ ਲੱਗਾ ਨਾ, ਨਾਮ ਰਸ ਵਿੱਚ ਆਉਣ ਲੱਗਾ, ਲਬਾ ਲਬ ਭਰਪੂਰ ਹੋਣ ਲੱਗਾ, ਇਹਦਾ ਭਲਾ ਹੋਵੇਗਾ, ਇਹਨੂੰ ਉੱਚੀ ਪਦਵੀ ਮਿਲੇਗੀ। ਨੈ ਸਜਾਏ ਪਰ ਲੋਕ ਮੈਂ ਨੀਕੇ ਮਗ ਜੈ ਇਹ ਹੈ। ਚੰਗੇ ਰਸਤੇ ਵੱਲ ਤੁਰੇਗਾ, ਭਾਵ ਸੱਚਖੰਡ ਵੱਲ ਜਾਵੇਗਾ। ਇਹਨੂੰ ਜਮਾ ਦੇ ਘਰ ਵੱਲ ਕੋਈ ਸਜ਼ਾ ਨਹੀਂ ਮਿਲੇਗੀ, ਸਿੱਧਾ ਸੱਚਖੰਡ ਵੱਲ ਜਾਵੇਗਾ। ਸਾਧ ਸਾਧ ਇਸ ਕੋ ਕਰਮ ਸੁਤਦਰਵ ਪੀ ਮਾਨਾ। ਇਹ ਸਾਧੂ ਮਹਾਂਪੁਰਸ਼ਾਂ ਦਾ ਜਿਹੜਾ ਕਰਮ ਇਹਨੇ ਕੀਤਾ ਤੇ ਦਰਿਆ ਨੇ ਵੀ ਕਿਹਾ ਭਲਾ ਬੰਦਾ ਹੈ, ਭਲਾ ਬੰਦਾ ਹੈ। ਜਿਹਨੂੰ ਦਰਿਆ ਨੇ ਵੀ ਹੁਕਮ ਮੰਨਿਆ ਹੋਵੇ ਤੇ ਕੌਣ ਹੋਵੇਗਾ ਉਹੀ ਤਾਂ ਹੈ ਗੁਰੂ ਕਾ ਪਿਆਰਾ ਖਾਲਸਾ, ਜਿਹਦਾ ਖਾਲਸੇ ਦਾ ਹੁਕਮ ਦਰਿਆ ਵੀ ਮੰਨਦੇ ਹਨ। ਇਹ ਮਹਾਂਪੁਰਸ਼ ਹੈ। ਸੁਨ ਕਰ ਕੱਲੇ ਰਾਏ ਤਬ ਅਭਿਬੰਧਨ ਠਾਨਾ। ਤੇ ਗੁਰੂ ਪਾਤਸ਼ਾਹ ਦਾ ਇਹ ਮਿਹਰ ਭਰਿਆ ਬਚਨ ਸੁਣ ਕੇ ਰਾਏ ਨੇ ਮੱਥਾ ਟੇਕਿਆ, ਪਾਤਸ਼ਾਹ ਤੁਹਾਡੀ ਕਿਰਪਾ ਹੈ, ਮੇਰਾ ਮੁਝ ਮੈਂ ਕੁਛ ਨਹੀਂ, ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਪਾਤਸ਼ਾਹ ਮੇਰਾ ਕੁਝ ਨਹੀਂ, ਮੈਂ ਕੁਝ ਨਹੀਂ ਕਰਨ ਵਾਲਾ, ਪਾਤਸ਼ਾਹ ਤੁਸੀਂ ਆਪੇ ਚੰਗੇ ਕੰਮ ਕਰਾ ਰਹੇ ਹੋ। ਜਿਹੜਾ ਗੁਰੂ ਦਾ ਸਿੱਖ ਬਣ ਗਿਆ ਨਾ, ਉਹ ਆਪੇ ਸਮਾਜ ਦਾ ਭਲਾ ਕਰੇਗਾ ਹੀ ਕਰੇਗਾ। ਉਹਦੀ ਤਲਵਾਰ ਚਲਦੀ ਹੈ ਅਨਿਆਂ ਨੂੰ ਨਾਸ਼ ਕਰਨ ਲਈ, ਵੈਸੇ ਨਹੀਂ ਉੱਡਦੀ ਤਲਵਾਰ ਉਹਦੀ। ਕਿਰਪਾਨ, ਕਿਰਪਾ ਪਲਸ ਆਨ, ਉਹ ਸਭ ਤੇ ਕਿਰਪਾ ਕਰਦੀ ਹੈ। ਜਦੋਂ ਕੋਈ ਬਹੁਤਾ ਅਤਿਆਚਾਰ ਕਰੇ ਫਿਰ ਕਿਰਪਾ ਨਾ, ਕਿਰਪਾ ਵੀ ਨਹੀਂ ਕਰਦੀ ਖਾਲਸਾ ਜੀ। ਕਿਰਪਾਨ ਵੇਖਦੀ ਹੈ, ਜਦੋਂ ਵਹਿੰਦੀ ਹੈ ਨਹੀਂ ਵੇਖਦੀ, ਆਪਣਾ ਬਗਾਨਾ ਢਾ ਕੇ ਬਾਹਰ ਮਾਰਦੀ ਹੈ। ਇਸ ਕਰਕੇ ਗੁਰਸਿੱਖ ਦੀ ਤਲਵਾਰ ਸ਼੍ਰੀ ਸਾਹਿਬ ਕਿਰਪਾਨ ਐਵੇਂ ਨਹੀਂ ਉੱਠਦੀ ਖਾਲਸਾ ਜੀ। ਚੁਕਾਰ ਅਜ਼ ਹਮੈ ਹੀਲ ਤੇ ਦਰਗੁਜਸਤ, ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ। ਇਹ ਜਦੋਂ ਤਲਵਾਰ ਹੱਥ ਵਿੱਚ ਆਉਂਦੀ ਹੈ ਤੇ ਸਭ ਦਾ ਭਲਾ ਵੀ ਕਰਦੀ ਖਾਲਸਾ ਜੀ, ਦੁਸ਼ਟਾ ਮਲੇਸ਼ਾ ਦਾ ਨਾਸ਼ ਵੀ ਕਰਦੀ ਹੈ। ਗੁਰੂ ਪਾਤਸ਼ਾਹ ਕਹਿਣ ਲੱਗੇ ਵਾਹ ਸ਼ਾਬਾਸ਼ ਰਾਏ ਕੱਲਿਆ। ਰਾਏ ਕਹਿਣ ਲੱਗਾ ਪਾਤਸ਼ਾਹ ਸਭ ਤੇਰੀ ਵਡਿਆਈ, ਤੁਹਾਡੀ ਬਖਸ਼ਿਸ਼ ਹੈ। ਤੇ ਹੋਰ ਨੀਵਾ ਹੋ ਕੇ ਕਿਵੇਂ ਸੇਵਾ ਕਰੇਗਾ ਪਾਤਸ਼ਾਹ ਦੀ। ਉਧਰ ਨੂਰੇ ਮਾਹੀ ਕਿਵੇਂ ਖਬਰ ਲੈ ਕੇ ਆ ਰਿਹਾ ਹੈ। ਹੁਣ ਮਹਾਰਾਜ ਗੁਰੂ ਪਾਤਸ਼ਾਹ ਅਕਾਲ ਪੁਰਖ ਕੀ ਭਾਣਾ ਵਰਤਾ ਰਹੇ ਹਨ, ਉਹ ਆਪ ਜੀ ਖਾਲਸਾ ਜੀਓ ਕੱਲ ਦੇ ਪ੍ਰਕਰਨਾਂ ਵਿਖੇ ਸਰਵਣ ਕਰਨਾ ਜੀ। ਇਤਨੀਆਂ ਹੀ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਅੱਖਰਵਾਦ ਘਾਟ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਅਗਨਾਸ ਹੇ ਪੂਰਨ ਹੈ ਸਰਬ ਮੈਂ ਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ ਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਸਦਾ ਬਵੇਕ ਹੇ ਅਪਰੰਪਰ ਹਰ ਹਰੇ ਅਣਹਾਰ ਹੇ ਸੰਤ ਕੈ ਸਦਾ ਸੰਗ ਆਧਾਰ ਹੇ ਠਾਕੁਰ ਹੋ ਦਾਸਰ ਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮਦਾਨ ਯਾ ਪਰੋਏ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਅਖਰ ਹਰ ਮਨ ਬਸਤ ਨਾਨਕ ਹੋਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤੇਰੇ ਪਾਰ ਸਰਦਾ ਕਰ ਸੇਵਦੇ ਪਾਰੇ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਸੋ ਤੇਰੇ ਪਾਰ ਸਰਦਾ ਕਰ ਸੇਵਦੇ ਪਾਰੇ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।